ਸਤਿ ਸ਼੍ਰੀ ਅਕਾਲ। ਇਕਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਦਰਸ਼ਕੋ ਅਸੀਂ ਮੁੜ ਤੋਂ ਜੁੜ ਚੁੱਕੇ ਹਾਂ ਤੁਹਾਡੇ ਨਾਲ ਇਕਬਾਣੀ ਚੈਨਲ ਦੇ ਰਾਹੀਂ ਤੇ ਹੁਣ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਜੁੜ ਚੁੱਕੇ ਨੇ ਡਾਕਟਰ ਹਰਮੀਤ ਸਿੰਘ ਜੀ ਤੇ ਕੋਮਲ ਜੇਬੀ ਸਿੰਘ। ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਕੋਰੋਨਾ ਕਾਲ ਦੇ ਦੌਰਾਨ ਬਹੁਤ ਆਪਦੀਆਂ ਸੇਵਾਵਾਂ ਜਿਹੜੇ ਮੂਹਰੇ ਹੋ ਕੇ ਵੱਡੇ ਪੱਧਰ ਤੇ ਇਹ ਨਿਭਾ ਰਹੇ ਨੇ। ਤਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ। ਕੋਮਲ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਇਕਬਾਣੀ ਚੈਨਲ ਦੇ ਨਾਲ ਜੁੜਨ ਦੇ ਲਈ। ਬਹੁਤ-ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। ਤੇ ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਸਾਹਿਬ ਤੋਂ ਸ਼ੁਰੂ ਕਰਾਂਗੀ ਕਿ ਡਾਕਟਰ ਸਾਹਿਬ ਤੁਸੀਂ ਆਪਣੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਠੀਕ ਹੈ ਜੀ। ਮੈਂ ਸਭ ਤੋਂ ਪਹਿਲੇ ਤੁਹਾਨੂੰ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇਨਵਾਈਟ ਕੀਤਾ ਹੈ ਜਾਣ ਦਾ ਤੇ ਲੋਕਾਂ ਨਾਲ ਗੱਲਬਾਤ ਕਰਨ ਲਈ। ਮੈਂ ਡਾਕਟਰ ਹਰਮੀਤ ਹਾਂ। ਮੈਂ ਆਈ ਐਮ ਹੈਡਿੰਗ ਦਾ Department of Emergency and Accident at Max Healthcare Vaishali, Delhi NCR. ठीक है। तो I am also the in charge of COVID isolation and we have 20 to 25 beds सारे को लगे थे ਜਿਹੜੇ ਮੇਰੇ ਅੰਡਰ ਹੈਗੇ ਤੇ ਅਸੀਂ ਉਹਨਾਂ ਦਾ ਦੇਖਭਾਲ ਕਰ ਰਹੇ ਹਾਂ ਇੱਥੇ ਸਾਰੇ ਪੇਸ਼ੈਂਟਾਂ ਦਾ। ਇਹਦੇ ਨਾਲ ਮੈਂ ਜਿਹੜਾ ਹੈ ਮੈਂ IMA ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਜੁਆਇੰਟ ਸੈਕਟਰੀ ਹੈਗਾ ਦਿੱਲੀ ਸਾਊਥ ਦਿੱਲੀ ਦਾ ਤੇ ਆਈ ਐਮ ਦ ਚੇਅਰਮੈਨ ਆਫ ਵਰਲਡ ਐਮਰਜੈਂਸੀ ਕੇਅਰ ਅਕੈਡਮੀ ਤੇ ਨਾਲ ਮੈਂ ਆਪਣਾ NGO ਵੀ ਚਲਾ ਰਿਹਾ ਸੀ ਜਿਹੜਾ ਕਲਿਆਣ ਲੰਗਰ ਟਰਸਟ ਹੈ ਉਹਦਾ ਟਰਸਟੀ ਹੈਗਾ ਕੋ ਫਾਊਂਡਰ ਹੈਗਾ ਤੇ ਉਹਦੇ ਨਾਲ ਵੀ ਅਸੀਂ ਜੁੜੇ ਹੋਏ ਜੀ। ਤੇ ਅਸੀਂ ਹੁਣ ਦਰਸ਼ਕਾਂ ਦੇ ਨਾਲ ਕੋਮਲ ਜੇਬੀ ਸਿੰਘ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਉਹਨਾਂ ਦੇ ਲਈ ਵੀ ਚਾਹਾਂਗੇ ਕਿ ਤੁਸੀਂ ਵੀ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ। ਪਹਿਲੇ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐਂਡ ਥੈਂਕ ਯੂ ਸੋ ਮਚ ਇਨਵਾਈਟ ਕਰਨ ਲਈ। ਮੈਂ ਆਪਣੀ ਇੰਟਰੋਡਕਸ਼ਨ ਜ਼ਿਆਦਾ ਨਹੀਂ ਦੇਣਾ ਚਾਹੁੰਦੀ। ਮੈਨੂੰ ਲੱਗਦਾ ਹੈ ਵੈਸੇ ਤੇ ਮੈਂ PhD ਮੈਂ ਕੀਤਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਜੰਮੂ ਐਂਡ ਕਸ਼ਮੀਰ ਦੇ ਸਿੱਖਾਂ ਦੇ ਉੱਪਰ ਮੇਰਾ ਕੰਮ ਸੀ। ਬਟ ਨਾਲੋਂ ਨਾਲ ਮੈਂ ਕਾਫੀ ਸਾਲਾਂ ਤੋਂ ਸਿੱਖ ਆਰਗੇਨਾਈਜੇਸ਼ਨਸ ਨਾਲ ਐਕਟਿਵ ਰਹਿ ਕੇ ਕਾਫੀ ਸੇਵਾ ਵਿੱਚ ਪਾਰਟਿਸਿਪੇਟ ਕੀਤਾ ਹੈ ਕਾਫੀ ਜਗ੍ਹਾ ਤੇ। ਆਈ ਥਿੰਕ ਮੈਂ ਆਪਣੀ ਇੰਟਰੋਡਕਸ਼ਨ ਇੱਥੇ ਲਿਮਿਟ ਕਰਨਾ ਚਾਹਾਂਗੀ। ਜੀ। ਦਰਸ਼ਕੋ ਮੈਂ ਜਿਹੜੇ ਕੋਮਲ ਸਾਡੇ ਨਾਲ ਜੁੜੇ ਹੋਏ ਨੇ ਕੋਮਲ ਜੇਬੀ ਸਿੰਘ ਉਹਨਾਂ ਦੇ ਬਾਰੇ ਵਿੱਚ ਮੈਂ ਵੀ ਤੁਹਾਨੂੰ ਦੱਸ ਦਵਾਂ ਕਿ ਇਹਨਾਂ ਦੇ ਵੱਲੋਂ ਇੱਕ ਗਰੁੱਪ ਕ੍ਰੀਏਟ ਕੀਤਾ ਗਿਆ ਕਿ ਜਿੱਦਾਂ ਕਹਿੰਦੇ ਨੇ ਕਿ ਚਲੋ ਕੋਵਿਡ ਦੇ ਕਰਕੇ ਘਰੋਂ ਬਾਹਰ ਨਿਕਲ ਕੇ ਆਪਾਂ ਕਈ ਵਾਰੀ ਹੁੰਦਾ ਕਿ ਚਲੋ ਫੈਮਿਲੀ ਆ ਲੇਡੀ ਦੇ ਲਈ ਇੱਕ ਔਖਾ ਵੀ ਹੋ ਜਾਂਦਾ ਕਿਤੇ ਨਾ ਕਿਤੇ। ਗਰੁੱਪ ਕ੍ਰੀਏਟ ਕੀਤਾ ਹੋਇਆ 24 ਘੰਟੇ ਪਤਾ ਨਹੀਂ ਕਿੱਦਾਂ ਮੈਨੇਜ ਕਰਦੇ ਨੇ ਉਸ ਗਰੁੱਪ ਦੇ ਉੱਤੇ ਇਹ ਐਕਟਿਵ ਰਹਿੰਦੇ ਨੇ। ਕਿਸੇ ਪੇਸ਼ੈਂਟ ਨੂੰ ਕੋਈ ਜ਼ਰੂਰਤ ਹੋਵੇ ਕਦੋਂ ਵੀ ਹੁਣ ਕੋਵਿਡ ਦੇ ਦੌਰਾਨ ਅਗਰ ਤੁਸੀਂ ਲੋਕ 2 ਵਜੇ ਵੀ ਤੁਹਾਡੀ ਅੱਖ ਖੁੱਲੇਗੀ ਔਰ ਅਗਰ ਅਸੀਂ WhatsApp ਚੈੱਕ ਕਰਾਂਗੇ ਤੇ ਸਭ ਤੋਂ ਪਹਿਲਾਂ ਸਾਨੂੰ ਦਿਖਦੇ ਨੇ ਕਿ ਕੋਮਲ ਜੀ ਐਕਟਿਵ ਹੋਏ ਨੇ ਕਿ ਕਿਸੇ ਪੇਸ਼ੈਂਟ ਨੂੰ ਆਕਸੀਜਨ ਦੀ ਜ਼ਰੂਰਤ ਹੈ ਕਿਸੇ ਔਰ ਇਹ ਨਹੀਂ ਕਿ ਸਿਰਫ ਜੰਮੂ ਕਸ਼ਮੀਰ ਦੇ ਅੰਦਰ ਜੰਮੂ ਕਸ਼ਮੀਰ ਦੇ ਬਾਹਰ ਦੇ ਹਰ ਇੱਕ ਜਗ੍ਹਾ ਦੇ ਡਾਕਟਰ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਕਿਸੇ ਵੀ ਚੀਜ਼ ਦੀ ਕਦੋਂ ਵੀ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਮੈਸੇजेस ਦੇ ਰਾਹੀਂ ਪੂਰਾ 24x7 ਜਿਹੜੇ ਕਹਿੰਦੇ 24 ਘੰਟੇ 7 ਦਿਨ ਸੇਵਾਵਾਂ ਜਿਨ੍ਹਾਂ ਨੂੰ ਕਹਿੰਦੇ ਨੇ ਨਾ ਉਹ ਇਹਨਾਂ ਦੇ ਰਾਹੀਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ। ਇਹ ਮੈਂ ਤੁਹਾਡੇ ਬਾਰੇ ਦੱਸ ਦਿੱਤਾ ਜੋ ਤੁਸੀਂ ਸ਼ਾਇਦ ਨਹੀਂ ਦੱਸ ਰਹੇ ਸੀਗੇ ਕਿ WhatsApp ਦੇ ਉੱਤੇ ਇਹ ਬਹੁਤ ਜ਼ਿਆਦਾ ਆਪਣੀਆਂ ਸੇਵਾਵਾਂ ਜਿਹੜੀਆਂ ਦੇ ਰਹੇ ਨੇ ਫੈਮਿਲੀ ਵੀ ਸੰਭਾਲ ਰਹੇ ਨੇ ਤੇ ਆਪਣੀ ਜਿਹੜੀਆਂ ਸੇਵਾਵਾਂ ਵੀ ਗੁਰੂ ਮਹਾਰਾਜ ਵਾਹਿਗੁਰੂ ਜੀ ਇਹਨਾਂ ਦੇ ਕੋਲੋਂ ਜਿਹੜੀਆਂ ਲੈ ਰਹੇ ਨੇ। ਤੇ ਡਾਕਟਰ ਸਾਹਿਬ ਕਾਫੀ ਜ਼ਿਆਦਾ ਹੁਣ ਜਿਹੜਾ ਮਾੜਾ ਦੌਰ ਚੱਲ ਰਿਹਾ ਕਿ ਕੋਰੋਨਾ ਪਿਛਲੇ ਸਾਲ ਵੀ ਸੀ ਲੇਕਿਨ ਕਿਹਾ ਜਾ ਰਿਹਾ ਕਿ ਡਬਲ ਵਾਇਰਸ ਹੈ ਕਿ ਪਿਛਲੇ ਸਾਲ ਦੇ ਨਾਲੋਂ ਕਾਫੀ ਜ਼ਿਆਦਾ ਹਾਨੀਕਾਰਕ ਸਿੱਧ ਹੋ ਸਕਦਾ ਹੈ ਲੋਕਾਂ ਦੇ ਲਈ। ਤੁਸੀਂ ਇਸ ਬਾਰੇ ਕੀ ਕਹੋਗੇ? ਅਸੀਂ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ ਕਿਉਂਕਿ ਜੋ ਪਿਛਲੇ ਸਾਲ ਜਿਹੜੀ ਲਹਿਰ ਸੀ ਜੋ ਵਾਇਰਸ ਸੀ ਉਹ ਇੰਨਾ ਹਾਰਮਫੁਲ ਨਹੀਂ ਸੀ ਮਤਲਬ ਪਿਛਲੇ ਸਾਲ ਇੰਨਾ ਡੈਥ ਰੇਟ ਨਹੀਂ ਸੀ। ਇਸ ਸਾਲ ਅਸੀਂ ਦੇਖ ਰਹੇ ਹਾਂ ਕਿ ਬਹੁਤ ਹੀ ਜ਼ਿਆਦਾ ਡੈਥ ਰੇਟ ਹੈਗਾ ਤੇ ਮੈਂ ਆਪਣਾ ਐਸੈਸ ਕੀਤਾ ਹੈ ਕਿ ਜਿਹੜੀ ਡੈਥ ਰੇਟ ਵੀ ਹੈਗੀ ਨਾ ਉਹ ਜ਼ਿਆਦਾ ਯੰਗ ਪੀਪਲ ਤੋਂ ਹੋ ਰਿਹਾ। less than 50-55 people are dying. We are seeing lot of deaths here ਜਿਹੜਾ ਏਜ ਜਿਹੜਾ ਹੈ ਲੈਸ ਦੈਨ 50 ਲੈਸ ਦੈਨ 55 ਹੈਗਾ ਮੋਸਟਲੀ 40 42 35 ਸਾਲਾਂ ਦਾ ਵੀ ਸਾਡੇ ਕੋਲ ਡੈਥ ਹੋਈ ਹੈ ਤੇ ਇਵਨ ਕਿ 21 ਈਅਰ ਦੀ ਪੇਸ਼ੈਂਟ ਵੀ ਸਾਡੇ ਡੈਥ ਹੋਏ ਨੇ। ਤੇ ਵਾਇਰਸ ਜਿਹੜਾ ਹੈਗਾ ਹੈ ਦੂਜਾ ਹੈਗਾ ਜ਼ਿਆਦਾ ਹਾਰਮਫੁਲ ਹੈਗਾ। ਠੀਕ ਹੈ ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਨਾ ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ। ਵੀ ਕੈਨ ਸੇ ਹੈਪੀ ਹਾਈਪੋਕਸੀਆ ਲੋਕਾਂ ਨੂੰ ਲੱਗਦਾ ਕਿ ਛੋਟਾ ਮੋਟਾ ਹੈਗਾ ਤੇ ਜਦੋਂ ਆਦਮੀ ਗੱਲ ਕਰਨ ਨਾਲ ਹੀ ਨਾ ਇੰਨਾ ਸੀਵੀਅਰ ਹੋ ਜਾਂਦਾ ਪਤਾ ਹੀ ਨਹੀਂ ਚੱਲਦਾ। ਪਹਿਲੇ 5-6 ਦਿਨ ਬੜੇ ਸੀਵੀਅਰ ਹੁੰਦੇ ਇਹਦੇ ਵਿੱਚ। ਮੈਂ ਤੁਹਾਨੂੰ ਪੂਰਾ ਵਿਸਤਾਰ ਦੱਸ ਦੇਵਾਂ
ਕਿ ਜਦੋਂ ਪਹਿਲਾ ਸਿੰਪਟਮ ਸਟਾਰਟ ਹੁੰਦਾ ਹੈ, ਸਿੰਪਟਮ ਕੀ ਹੈ ਇਹਦੇ ਵਿੱਚ ਹੈਗਾ, ਕਿਸੇ ਨੂੰ ਗਲੇ ਵਿੱਚ ਦਰਦ ਹੋਏਗਾ, ਹੈਡੇਕ ਵੀ ਹੋ ਸਕਦਾ ਹੈ, ਲੂਜ਼ ਮੋਸ਼ਨ ਵੀ ਹੋ ਸਕਦੀ ਹੈ, ਸਰਦੀ ਖਾਂਸੀ ਜ਼ੁਕਾਮ ਵੀ ਹੋ ਸਕਦਾ ਹੈ, ਤੇ ਫੀਵਰ ਹੋ ਸਕਦਾ ਹੈ, ਠੀਕ ਹੈ। ਤੇ ਨਾਲ ਵੈਰੀ ਰੇਅਰਲੀ ਸ਼ੁਰੂ ਵਿੱਚ ਕਿਸੇ ਨੂੰ ਖਾਂਸੀ ਹੁੰਦੀ ਹੈ। ਤੇ ਪਹਿਲੇ ਨਾ ਛੋਟੇ ਮੋਟੇ ਸਿੰਪਟਮ ਆ ਰਹੇ ਨੇ ਤੇ ਲੋਕ ਇਗਨੋਰ ਕਰਦੇ ਨੇ, ਅਵੋਇਡ ਕਰਦੇ ਨੇ, ਹਾਂਜੀ ਛੋਟਾ ਮੋਟਾ ਕੁਛ ਹੈਗਾ, ਠੀਕ ਹੈ। ਕਿ ਉਹਦੇ ਨਾਲ ਤਦੋਂ ਦਾ 5-6 ਦਿਨ ਨਿਕਲ ਜਾਂਦੇ ਨੇ, ਠੀਕ ਹੈ। तो 6 दिन तो बाद ये जड़ा है ये बहुत ही सीवियर रूप ले लेता आजकल, जो अस वेख्या है। 6वें दिन तो 10वें दिन तक बहुत ही औखा टाइम होंदा, जिहदे विच साइटोकाइन स्टॉर्म आउण दा खतरा होंदा ते ओहदे विच पेशेंट दी जड़ा है मतलब डिटेरिएट होने दी चांस हो जाते हैं। तो मैं यही मैसेज देना चाहना कि अगर तुहाडे किसी भी पेशेंट ਨੂੰ किसी व्यक्ति ਨੂੰ अगर कोई भी सिम्टम गले विच दर्द होए, खांसी होए, बुखार होए, ते तुरंत अपनी जांच करानी जरूरी है। पैनिक होने की कोई जरूरत नहीं है, देयर इज नो नीड टू बी पैनिक। इसमें हाहाकार मचाने की जरूरत नहीं है, ओनली यू हैव टू बी वेरी कॉशियस एंड केयरफुल, ठीक है। ते अपना टेस्ट भेज दिओ ते जिहड़ी नाल छोटी मोटी ट्रीटमेंट दी हैगी वो जल्दी जल्दी स्टार्ट करो, ठीक है, लेट नहीं करना हैगा जी जी ਜੀ ਡਾਕਟਰ ਸਾਹਿਬ, ਜਿੱਦਾਂ ਤੁਸੀਂ ਕਿਹਾ ਕਿ ਬਹੁਤਾ ਉਹ ਲੋਕ ਕਿਤੇ ਨਾ ਕਿਤੇ ਤੇ ਇਹ ਵੀ ਸੋਚ ਰਹੇ ਨੇ, ਡਰ ਆ ਜਿਹੜਾ ਉਹ ਵੀ ਦਿਮਾਗ ਦੇ ਅੰਦਰ ਜਿਹੜਾ ਬੈਠਾ ਹੋਇਆ। ਔਰ ਕਿੱਦਾਂ ਕਿ ਤੁਸੀਂ ਤੁਹਾਡੇ ਸੁਝਾਅ ਦੇ ਨਾਲ ਕੀ ਜ਼ਿਆਦਾ ਇਹ ਨਹੀਂ ਹੈ ਕਿ ਇਸ ਸਮੇਂ ਸਾਨੂੰ ਸਾਵਧਾਨੀ ਦੇ ਨਾਲ ਚੱਲਣਾ ਚਾਹੀਦਾ ਕਿ ਨਾ ਕਿ ਪੈਨਿਕ ਹੋ ਕੇ, बिल्कुल ਕਿ पैनिक होने की ਬਿਲਕੁਲ सॉरी ਜੀ नहीं यही है मेरी सजेशन सारिਆਂ ਨੂੰ ਹੈਗੀ, ਸਾਰਿਆਂ ਲੋਕਾਂ ਨੂੰ कि प्लीज पैनिक होने की कोई जरूरत नहीं हैगी, ठीक है। डरन की कोई जरूरत नहीं होगी। सारे लोग एजुकेटेड हैं, सारिਆਂ ਨੂੰ पता है कि एक ही है की करना है, सारिਆਂ ਨੂੰ पता है, लेकिन फिर भी गलती कर लेना ਅਸੀਂ मतलब शोर शराबा करने नाल या पैनिक होने कोई फायदा नहीं हैगा। सिर्फ केयरफुल ਤੇ कॉन्शियस रहने की जरूरत है ਜੀ। ਔਰ ਅਗਰ ਗੱਲ ਕੀਤੀ ਜਾਵੇ ਕੋਮਲ ਜੀ, ਤਾਂ ਕਿੱਦਾਂ ਦਾ ਹੁਣ ਹਾਲਾਤ ਤੁਹਾਡੇ ਹਿਸਾਬ ਦੇ ਨਾਲ, ਜਿੱਦਾਂ ਇੱਥੇ ਤੁਹਾਨੂੰ ਪਵਨ ਮਹਿਤਾ ਜੀ ਮੈਸੇਜ ਕਰ ਰਹੇ ਨੇ ਕਿ ਆਈ ਐਮ ਫੋਲੋਇੰਗ देयर WhatsApp ਗਰੁੱਪ, ਤੇ ਉਹਨਾਂ ਨੇ ਕਿਹਾ ਕਿ ਸਿੰਪਲੀ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਬਹੁਤ ਔਸਮ ਵਧੀਆ ਜੌਬ ਕਰ ਰਹੇ ਨੇ ਤੇ ਲੋਕਾਂ ਦੀਆਂ ਤੁਸੀਂ ਜਾਨਾਂ ਜਿਹੜੀਆਂ ਬਚਾ ਰਹੇ ਹੋ ਆਪਦੇ WhatsApp ਗਰੁੱਪ ਦੇ ਰਾਹੀਂ, ਉਹਨਾਂ ਨੂੰ ਸਹੂਲਤ ਮੁਹੱਈਆ ਕਰਵਾ ਕੇ ਜਿਹਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਕੀ ਕਹਿੰਦੇ ਹੋ ਕਿ ਪਿਛਲੇ ਸਾਲ ਵੀ ਤੁਸੀਂ ਆਪਣੀਆਂ ਇਹ ਜਿਹੜੀਆਂ ਸੇਵਾਵਾਂ ਦਿੱਤੀਆਂ ਸੀਗੀਆਂ ਤੇ ਹੁਣ ਵੀ ਕਰ ਰਹੇ ਹੋ, ਤੁਹਾਡਾ ਤਜਰਬਾ ਕੀ ਕਹਿੰਦਾ ਪਿਛਲੇ ਸਾਲ ਦੇ ਨਾਲੋਂ ਹੁਣ ਵਾਲਾ ਵਕਤ? ਦੇਖੋ, ਪਹਿਲੇ ਤੇ ਜਿਹੜਾ ਗਰੁੱਪ ਹੈਗਾ ਸਾਡਾ, ਉਹ ਇੱਕ WhatsApp ਗਰੁੱਪ ਹੈ। ਉਹ ਇੱਕ ਹੂੰ ਕੋਈ ਇਦਾਂ ਨਹੀਂ ਹੈ, ਕੋਈ ਟਰਸਟ ਨਹੀਂ ਹੈ, ਕੋਈ ਆਰਗੇਨਾਈਜੇਸ਼ਨ ਨਹੀਂ ਹੈ, ਕੁਝ ਵੀ ਨਹੀਂ ਹੈ। ਹੂੰ ਇਹ ਸੀ ਕਿ ਅਸੀਂ ਜਿੰਨੀ ਵੀ ਸੰਸਥਾਵਾਂ ਹੈਗੀਆਂ ਜੰਮੂ ਕਸ਼ਮੀਰ ਵਿੱਚ, ਉਹਨਾਂ ਨੂੰ ਇੱਕ ਸੈਂਟਰਲਾਈਜ਼ ਕਰ ਲਈਏ। ਕਿਉਂਕਿ ਲਾਸਟ ਈਅਰ ਜੀ ਦਾ ਐਕਸਪੀਰੀਅੰਸ ਇਦਾਂ ਰਿਹਾ ਸੀ ਬਹੁਤ ਆਰਗੇਨਾਈਜੇਸ਼ਨਸ ਦਾ ਕਿ ਬਹੁਤ ਲੋਕਾਂ, ਕਿਉਂਕਿ ਦੇਖੋ ਕੁਝ ਲੋਕ ਨੀਡੀ ਵੀ ਹੁੰਦੇ ਨੇ, ਬਟ ਐਟ ਦ ਸੇਮ ਟਾਈਮ ਬਹੁਤ ਲੋਕ ਐਸੇ ਹੁੰਦੇ ਨੇ ਜਿਹੜੇ ਸੋਚਦੇ ਨੇ ਕਿ ਚਲੋ ਮੈਂ ਇੱਕ ਵਾਰੀ ਸੈਨੀਟਾਈਜ਼ ਕਰਾਇਆ, ਮੈਂ ਦੂਸਰੇ ਕੋਲੋਂ ਵੀ ਸੈਨੀਟਾਈਜ਼ ਕਰਾ ਲਵਾਂ। ਤਾਂ ਉਸ ਵਿੱਚ ਕੀ ਹੁੰਦਾ, ਸਾਡਾ ਨਾ ਰਿਸੋਰਸਿਸ ਜਿਹੜੇ ਹੈਗੇ, ਜਿਹੜਾ ਸੰਗਤ ਦਾ ਜਿਹੜਾ ਪੈਸਾ ਹੈਗਾ ਸੰਸਥਾਵਾਂ ਕੋਲ, ਉਹ ਵੇਸਟ ਹੋ ਜਾਂਦਾ ਹੈ। ਤੇ ਅਸੀਂ ਕੁਝ ਲੋਕਾਂ ਨੇ ਸੋਚਿਆ, ਮੈਂ ਤੇ ਇੱਕ ਵੋਲੰਟੀਅਰ ਹੈਗੇ ਆ ਉੱਥੇ, ਆਲਮੋਸਟ ਸਾਡੇ ਕੋਲ 7 ਤੋਂ 8 ਆਰਗੇਨਾਈਜੇਸ਼ਨਸ ਹੈਗੀਆਂ ਇੱਕ ਗਰੁੱਪ ਵਿੱਚ, ਜਿਸ ਵਿੱਚ ਅਸੀਂ ਕੁਝ ਵੀ ਕਿਸੇ ਵੀ ਆਰਗੇਨਾਈਜੇਸ਼ਨ ਦੇ ਕੰਮ ਵਿੱਚ ਇੰਟਰਫੇਅਰ ਨਹੀਂ ਕਰ ਰਹੇ। ਜੋ ਵੀ ਸੰਸਥਾਵਾਂ ਹੈਗੀਆਂ ਉਹ ਆਪਣਾ ਕੰਮ ਆਪਣੀ ਜਗ੍ਹਾ ਕਰੀ ਜਾ ਰਹੇ ਨੇ। ਸਾਡਾ ਗਰੁੱਪ ਦਾ ਮਕਸਦ ਇਹ ਸੀ ਕਿ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਸੰਸਥਾ ਕਿਹੜਾ ਕੰਮ ਕਰ ਰਹੀ ਹੈ, ਤੇ ਨਾਲੇ ਕੋਈ ਵੀ ਅਗਰ ਮੰਨੋ ਕੋਈ SOS ਕੋਈ ਐਮਰਜੈਂਸੀ ਹੁੰਦੀ ਹੈ ਤੇ ਸਾਨੂੰ ਪਤਾ ਹੋਏ ਕਿ ਕਿਹੜੀ ਸੰਸਥਾ ਕਿਹੜੇ ਕੰਮ, ਮੰਨੋ ਆਕਸੀਜਨ ਸਿਲੰਡਰ ਹੈਗਾ, ਡਾਕਟਰਸ ਦੀ ਟੀਮ ਹੋ ਗਈ, ਕਾਉਂਸਲਿੰਗ ਹੋ ਗਈ, ਮੈਂਟਲ ਹੈਲਥ ਹੋ ਗਿਆ, ਕਿਸ ਤਰ੍ਹਾਂ ਦੇ ਕੰਮ ਚੱਲ ਰਹੇ ਨੇ। ਤੇ ਸਾਡਾ ਜਿਹੜਾ ਗਰੁੱਪ ਦਾ ਆਈਡੀਆ ਹੈ ਉਹ ਇਸ ਲਈ ਸਿਰਫ ਕੋਵਿਡ ਲਈ ਬਣਿਆ ਹੈ, ਤੇ ਕੋਵਿਡ ਚਲਾ ਜਾਏਗਾ ਤਾਂ ਉਹ ਗਰੁੱਪ ਵੀ ਖਤਮ ਹੋ ਜਾਏਗਾ। ਉਹ ਇੱਕ ਕਿਸਮ ਦੀ ਕੋਆਰਡੀਨੇਸ਼ਨ ਕਮੇਟੀ ਹੈ ਜਿਹੜੀ ਸਾਰੀ ਸੰਸਥਾਵਾਂ, ਕੁਝ, ਕਿਉਂਕਿ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ, ਬਹੁਤ ਸੰਸਥਾਵਾਂ ਐਸੀਆਂ ਵੀ ਹੈਗੀਆਂ ਜਿਹੜੀਆਂ ਆਪਣਾ ਨਾਮ ਵੀ ਅੱਗੇ ਨਹੀਂ ਲੈ ਕੇ ਆਉਣਾ ਚਾਹੁੰਦੀਆਂ। ਬਹੁਤ ਸੰਸਥਾਵਾਂ ਦੇ ਲੋਕ ਐਸੇ ਵੀ ਹੈਗੇ ਜਿਹੜੇ ਨਿਸ਼ਕਾਮ ਸੇਵਾ ਵੀ ਕਰ ਰਹੇ ਨੇ ਇਸ ਵਕਤ। ਤੇ ਇਸ ਵਜ੍ਹਾ ਤੋਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡਾ ਗਰੁੱਪ ਵਿੱਚ ਮੇਰਾ ਜਾਂ ਕੁਝ ਹੋਰ ਜਿਹੜੇ ਵੋਲੰਟੀਅਰਸ ਹੈਗੇ, ਅਸੀਂ ਸਿਰਫ ਇੱਕ ਫੈਲਿਸਿਟੇਸ਼ਨ ਦੇ ਰਹੇ ਹਾਂ ਕਿ ਜਿੰਨੀ ਵੀ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਇਕੱਠਾ ਕਰਕੇ, ਤਾਂ ਕਿ
ਸਾਨੂੰ ਪਤਾ ਹੋਏ ਕਿ ਕੌਣ ਸੰਸਥਾ ਕੀ ਕਰ ਰਹੀ ਹੈ, ਔਰ ਐਟ ਦ ਸੇਮ ਟਾਈਮ ਇੱਕ ਸਾਡੇ ਕੋਲ ਡੇਟਾਬੇਸ ਬਣ ਜਾਂਦਾ ਹੈ ਕਿ ਮੰਨੋ ਕਿਸੇ ਜੀ ਨੇ ਕੰਸਨਟ੍ਰੇਟਰ ਲਿਆ ਹੈ ਤਾਂ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਉਸ ਫੈਮਿਲੀ ਨੇ ਆਲਰੇਡੀ ਤੇ ਨਹੀਂ ਕੰਸਨਟ੍ਰੇਟਰ ਲਿਆ ਹੈ ਜਾਂ ਸਿਲੰਡਰ ਮੰਗਿਆ ਜੀ ਹੈ ਜਾਂ ਇਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਹੈਗੀਆਂ। ਤੇ ਨਾਲੇ ਜਿਹੜੇ ਤੁਸੀਂ ਸਵਾਲ ਪੁੱਛਿਆ ਸੀ ਕਿ ਜਿਹੜੇ ਹਾਲਾਤ ਦੇ ਹਿਸਾਬ ਤੇ ਦੇਖੋ, ਹਾਲਾਤ ਆਫ ਕੋਰਸ ਮਤਲਬ ਡਾਕਟਰ ਹਰਮੀਤ ਨੇ ਜਿਸ ਤਰ੍ਹਾਂ ਸਮਝਾਇਆ, ਆਈ ਥਿੰਕ ਉਹ ਮੈਡੀਕਲ ਪ੍ਰੋਫੈਸ਼ਨਲ ਹੈਗੇ ਤਾਂ ਉਹਨਾਂ ਨੇ ਜੀ ਜੀ ਇੱਕ ਬਿਲਕੁਲ ਅੱਛੀ ਤਰ੍ਹਾਂ ਮੈਡੀਕਲੀ ਸਮਝਾਇਆ। ਬਟ ਮੈਂ ਅਗਰ ਸੋਸ਼ਲੀ ਦੱਸਿਆ ਜਾਵੇ ਤੇ ਦਿੱਲੀ ਦੇ ਹਾਲਾਤ ਤੋਂ ਬਾਅਦ ਜੰਮੂ ਐਂਡ ਕਸ਼ਮੀਰ ਵਿੱਚ ਬਹੁਤ ਹੀ ਪੈਨਿਕ ਵੀ ਫੈਲ ਗਿਆ, ਇਹ ਵੀ ਇੱਕ ਹਕੀਕਤ ਹੈ। ਕਿਉਂਕਿ ਇਸ ਤੋਂ ਪਹਿਲੇ ਕੋਈ ਵੀ ਆਕਸੀਜਨ ਸਿਲੰਡਰਸ ਕੰਸਨਟ੍ਰੇਟਰਸ ਨੂੰ ਨਹੀਂ ਮੰਗ ਰਿਹਾ ਸੀ ਤੇ ਸਟਾਰਟਿੰਗ ਵਿੱਚ ਤੇ ਲੋਕਾਂ ਨੇ ਦੇਣਾ ਵੀ ਸਟਾਰਟ ਕਰ ਦਿੱਤਾ ਕਿ ਆਕਸੀਜਨ ਸਿਲੰਡਰ ਦੋ, ਕੰਸਨਟ੍ਰੇਟਰਸ ਦੋ, ਬਟ ਹੁਣ ਇਸ ਦੀ ਵੀ ਕਮੀ ਪੈਂਦੀ ਪਈ ਹੈ ਜੰਮੂ ਐਂਡ ਕਸ਼ਮੀਰ ਵਿੱਚ। ਤੇ ਅਸੀਂ ਆਪਣੇ ਜੀ ਗਰੁੱਪ ਵਿੱਚ ਇੱਕ ਸੁਜੈਸ਼ਨ ਦਿੱਤਾ ਹੈ ਕਿ ਆਕਸੀਜਨ ਜਿਹੜਾ ਹੈਗਾ, ਆਕਸੀਜਨ ਸਪੋਰਟ ਜਿਹੜੀ ਹੈਗੀ, ਆਈ ਥਿੰਕ ਡਾਕਟਰ ਹਰਮੀਤ ਹੋ ਸਕਦਾ ਮੇਰੇ ਨਾਲ ਐਗਰੀ ਕਰਨ ਕਿ ਆਕਸੀਜਨ ਸਪੋਰਟ ਜਿਹੜੀ ਹੁੰਦੀ ਹੈ ਟੈਂਪਰੇਰੀ ਸਪੋਰਟ ਹੁੰਦੀ ਹੈ ਘਰ ਵਿੱਚ, ਕੰਸਨਟ੍ਰੇਟਰਸ, ਆਕਸੀਜਨ ਸਿਲੰਡਰਸ, ਜਿਸ ਵਿੱਚ ਤੁਹਾਨੂੰ ਜਿਹੜਾ ਤੁਸੀਂ ਆਪ ਸੈਲਫ ਮੈਡੀਕੇਸ਼ਨ ਤੇ ਨਹੀਂ ਕਰ ਸਕਦੇ ਬਿਯੋਂਡ ਅ ਟਾਈਮ। ਦਿੱਲੀ ਵਿੱਚ ਜੀ ਲੋਕਾਂ ਨੇ ਇਸ ਲਈ ਘਰ ਮੰਗਾਇਆ ਕਿਉਂਕਿ ਉੱਥੇ ਇੱਕ ਕ੍ਰਾਈਸਿਸ ਹੈਗੇ ਇਸ ਵਕਤ, ਬੈਡਸ ਨਹੀਂ ਮਿਲ ਰਹੇ ਹੈਗੇ। ਜੰਮੂ ਐਂਡ ਕਸ਼ਮੀਰ ਵਿੱਚ ਬੈਡਸ ਦੀ ਕਮੀ ਹੈ ਨਹੀਂ, ਬਟ ਸਾਡੇ ਪੇਸ਼ੈਂਟਸ ਜਿਹੜੇ ਹੈਗੇ ਉਹ ਥੋੜਾ ਜਿਹਾ ਵੀ ਸੈਚੂਰੇਸ਼ਨ ਥੱਲੇ ਆਂਦਾ ਹੈ ਉਹ ਸਿਲੰਡਰ ਮੰਗਣਾ ਸਟਾਰਟ ਹੋ ਜਾਂਦੇ ਨੇ। ਉਸ ਵਿੱਚ ਕੀ ਹੋਏਗਾ ਜੀ ਆਉਣ ਵਾਲੇ ਟਾਈਮ ਵਿੱਚ ਕਿ ਇੱਕ ਸਿਲੰਡਰ ਇੱਕ ਘਰ ਵਿੱਚ ਕਈ ਜਗ੍ਹਾ ਜਿੱਥੇ ਜ਼ਰੂਰਤ ਹੈ ਉੱਥੇ ਇੱਕ ਵੀ ਨਹੀਂ ਹੈ, ਜਿੱਥੇ ਜ਼ਰੂਰਤ ਨਹੀਂ ਉੱਥੇ 5 ਵੀ ਪਏ ਹੋਏ ਨੇ, ਇਹ ਸਾਨੂੰ ਵੀ ਪਤਾ ਹੈ। ਬਟ ਉਸ ਜੀ ਨਾਲ ਕੀ ਹੋਏਗਾ ਕਿ ਜਦ ਵਕਤ ਆਏਗਾ ਜਿਸ ਵਕਤ ਅਸੀਂ ਕਿਸੇ ਦੀ ਜਾਨ ਬਚਾ ਸਕਦੇ ਹਾਂ ਉਸ ਵਕਤ ਅਸੀਂ ਕਿਸੇ ਦੀ ਜਾਨ ਬਚਾ ਨਹੀਂ ਪਾਵਾਂਗੇ। ਇਹ ਬਹੁਤ ਵੱਡੀ ਪ੍ਰੋਬਲਮ ਹੈ। ਤੇ ਨਾਲੇ ਜੀ ਮਤਲਬ ਆਈ ਥਿੰਕ ਮੈਂ ਡਾਕਟਰ ਹਰਮੀਤ ਨੂੰ ਕਹਾਂਗੀ ਕਿ ਇਸ ਤੇ ਵੀ ਹੈ ਨਾ ਇੱਕ ਪੁਆਇੰਟ ਹੋਣਾ ਚਾਹੀਦਾ ਕਿ ਕਿੰਨੀ ਦੇਰ ਤੱਕ ਇੱਕ ਪੇਸ਼ੈਂਟ ਘਰ ਵਿੱਚ ਸੈਲਫ ਮੈਡੀਕੇਸ਼ਨ ਕਰ ਸਕਦਾ ਹੈ ਜਿਹੜੇ मैं ਆਕਸੀਜਨ आई ਕੰਸਨਟ੍ਰੇਟਰਸ। आई डू एग्री विद ਜੀ ਜੀ कोमल जी। ਜੀ मैं वही कहना चाहता ਸੀ ਕਿ ਦਿੱਲੀ ਵਿੱਚ ਨਾ ਕੀ ਹੋਇਆ ਕਿ ਸ਼ੁਰੂ ਪਤਾ ਨਹੀਂ ਚੱਲਾ ਤੇ ਲੋਕਾਂ ਨੂੰ ਆਕਸੀਜਨ ਦੀ ਜ਼ਰੂਰਤ ਪਈ। ਠੀਕ ਹੈ, ਬਾਅਦ ਵਿੱਚ ਕੀ ਹੋਇਆ, ਜਿਹੜੇ ਲੋਕ ਬਿਮਾਰ ਵੀ ਨਹੀਂ ਸੀ, ਜਿਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਹੋਣਾ ਹੈ ਨਹੀਂ ਹੋਣਾ, ਤੇ ਉਹਨਾਂ ਨੇ ਵੀ ਸਿਲੰਡਰ ਸਟਾਕ ਕਰ ਲਿੱਤੇ ਆਪਣੇ ਘਰ ਵਿੱਚ। ਤੇ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ, ਪਲੀਜ਼ ਡੂ ਨਾਟ ਸਟਾਕ ਅਨਨੈਸੈਸਰੀ ਸਿਲੰਡਰ, ਆਕਸੀਜਨ ਸਿਲੰਡਰ ਐਟ ਯੂਰ ਹੋਮ। ਕੀ ਹੋਏਗਾ, ਅਗਰ ਤੁਸੀਂ ਅਨਨੈਸੈਸਰੀ ਆਪਣੇ ਸਿਲੰਡਰ, ਆਕਸੀਜਨ ਸਿਲੰਡਰ ਸਟਾਕ ਕਰੋਗੇ, ਆਪਣੇ ਘਰ ਵਿੱਚ ਰੱਖੋਗੇ, ਤੇ ਜਿਹਨੂੰ ਨੀਡ ਹੈ ਉਹਨੂੰ ਨਹੀਂ ਮਿਲੇਗਾ, तो वो क्राइसिस स्टार्ट अपने आप स्टार्ट होना होगा। नंबर दो क्या होएगा, लोग होर्डिंग करना स्टार्ट करें, ब्लैक मार्केटिंग स्टार्ट हो जाएगी जी। ठीक है, तो ਜਿਹੜਾ ਕੰਮ ਜਿਹੜਾ ਦਿੱਲੀ ਵਿੱਚ ਹੋਇਆ, ਬਲੈਕ ਮਾਰਕੀਟਿੰਗ ਹੋ ਰਿਹਾ, ਹੋਰਡਿੰਗ ਹੋ ਰਿਹਾ, ਉਹ ਵੀ ਉੱਥੇ ਵੀ ਸਟਾਰਟ ਹੋ ਜਾਏਗਾ। ਤੇ ਮੇਰੀ ਸਲਾਹ ਇਹੀ ਹੈ, ਮੇਰੀ ਸਜੈਸ਼ਨ ਇਹੀ ਹੈਗਾ, ਪਲੀਜ਼ ਇਹ ਨਾ ਕਰੋ, ਕਿਉਂਕਿ ਸਾਰਿਆਂ ਨੂੰ ਆਕਸੀਜਨ ਦੀ ਜ਼ਰੂਰਤ ਨਹੀਂ ਹੈਗੀ। 60 to 70 80% ਲੋਕਾਂ ਨੂੰ ਆਕਸੀਜਨ ਦੀ ਜ਼ਰੂਰਤ ਨਹੀਂ ਹੈਗੀ, ਉਹ ਸਾਰੇ ਆਪਣੇ ਘਰ ਵਿੱਚ ਹੀ ਠੀਕ ਹੋ ਰਹੇ ਹਨ। ਠੀਕ ਹੈ, ਆਕਸੀਜਨ ਜੀ ਲਗਾਉਣ ਦਾ ਇੱਕ ਕ੍ਰਾਈਟੇਰੀਆ ਹੁੰਦਾ ਹੈ, ਇੱਕ ਸਿੰਪਲ ਕ੍ਰਾਈਟੇਰੀਆ ਹੁੰਦਾ ਹੈ। ਠੀਕ ਹੈ, ਉਹਦੇ ਬਗੈਰ ਇਹ ਨਹੀਂ ਕਿ ਹਰ ਇੱਕ ਪੇਸ਼ੈਂਟ ਨੂੰ ਆਕਸੀਜਨ ਦੀ ਜ਼ਰੂਰਤ ਨਹੀਂ ਹੈਗੀ। ਠੀਕ ਹੈ, ਮੈਂ ਕਹਿ ਰਿਹਾ ਕਿ 80 to 90% ਲੋਕਾਂ ਨੂੰ ਆਕਸੀਜਨ ਦੀ ਜ਼ਰੂਰਤ ਨਹੀਂ ਪਏਗੀ। ਠੀਕ ਹੈ, 10-15% ਲੋਕਾਂ ਨੂੰ ਪੈਂਦੀ ਹੈ। ਠੀਕ ਹੈ, ਤੇ 5% ਜਿਹੜੇ ਹੈਗੇ ਉਹ ਜਿਹੜੇ ਆਈਸੀਯੂ ਜਾ ਰਹੇ ਨੇ। ਤੇ ਜੀ ਆਕਸੀਜਨ ਕਦੋਂ ਲਗਾਉਣਾ ਹੈ, ਆਕਸੀਜਨ ਤਾਂ ਹੀ ਲਗਾਉਣਾ ਹੈ ਅਗਰ ਕੋਈ ਪੇਸ਼ੈਂਟ ਕੋਵਿਡ ਪੋਜ਼ਿਟਿਵ ਹੈਗਾ। ਠੀਕ ਹੈ, ਉਹਦੇ ਕੋਲ ਰਿਪੋਰਟ ਹੈਗੀ ਆਰਟੀਪੀਸੀਆਰ ਪੋਜ਼ਿਟਿਵ ਹੈ ਜੀ, ਸਿੰਪਟੋਮੈਟਿਕ ਹੈਗਾ, ਤੇ ਉਹਨਾਂ ਦਾ ਅਗਰ ਸੈਚੂਰੇਸ਼ਨ 93 ਤੋਂ ਘੱਟ ਚਲਾ ਜਾਂਦਾ ਹੈ, 93 ਤੋਂ ਘੱਟ ਚੱਲਦਾ, ਤਦੋਂ ਉਹਨਾਂ ਨੂੰ ਆਕਸੀਜਨ ਲਗਾਉਣ ਦੀ ਜ਼ਰੂਰਤ ਪੈਂਦੀ ਹੈ, ਨਹੀਂ ਤਾਂ ਜ਼ਰੂਰਤ ਪੈਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਜਿਵੇਂ ਕਿ ਅਸੀਂ ਇੱਥੇ ਮਤਲਬ ਇਹ ਕ੍ਰਾਈਟੇਰੀਆ ਵੀ ਕਹਿੰਦਾ ਕਿ L3 ਪੇਸ਼ੈਂਟ ਜਿਹੜਾ ਹੈਗਾ 90 ਤੋਂ ਥੱਲੇ ਜਾਏਗਾ ਤਦੋਂ ਸਟਾਰਟ ਕਰਨਾ ਚਾਹੀਦਾ। ਲੇਕਿਨ ਮੈਂ ਇਹ ਕਹਿ ਰਿਹਾ ਕਿ ਅਗਰ 93 ਤੋਂ ਥੱਲੇ ਜਾਂਦਾ ਤਦੋਂ ਤੁਸੀਂ ਸੋਚ ਸਕਦੇ ਹੋ ਆਕਸੀਜਨ ਲਗਾਉਣਾ ਹੈ, ਉਹਦੇ ਉੱਪਰ ਆਕਸੀਜਨ ਲਗਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈਗੀ। ਤੇ ਅਨਨੈਸਰੀ ਆਕਸੀਜਨ ਸਿਲੰਡਰ ਜਾਂ ਕੰਸਨਟ੍ਰੇਟਰ ਸਟਾਕ ਕਰਨ ਦੀ ਕੋਈ ਜ਼ਰੂਰਤ ਨਹੀਂ ਹੋਗੀ। ਲੈਟ ਇਟ ਬੀ ਵਿਦ ਆਰਗੇਨਾਈਜੇਸ਼ਨ ਸੋ ਦੈਟ ਅਗਰ ਕੋਈ ਨੀਡੀ ਉਹਨਾਂ ਨੂੰ ਅਪਰੋਚ ਕਰਦਾ ਹੈ ਉਹ ਉਹਦੀ ਹੈਲਪ ਕਰ ਸਕਾਂ। ਠੀਕ ਹੈ, ਨੰਬਰ ਦੋ ਹੈਗਾ ਕਿ ਸੈਲਫ ਮੈਡੀਕੇਸ਼ਨ ਇਜ਼ very harmful, please do not do the self medication। ਕੋਈ ਵੀ ਹੋ ਸਕਦਾ ਹੈ ਕਿ ਅਸੀਂ ਕਹਿ ਰਹੇ ਕਿ ਹਾਂ ਸਰਦੀ ਖਾਂਸੀ ਹੈਗਾ ਤੇ ਉਹ ਕੋਵਿਡ ਹੋ ਸਕਦਾ ਹੈ, ਲੇਕਿਨ कोविड टेस्ट कराओ। ठीक है, अपना टेस्ट फ्रीक्वेंटली हर जगह टेस्ट हो रहे हैं, अपने टेस्ट कराओ। तो सेल्फ मेडिकेशन ना करो, क्योंकि सेल्फ मेडिकेशन ਨਾਲ ਤੁਹਾਡੀ ਕਿਡਨੀਆਂ ਨੂੰ ਪ੍ਰੋਬਲਮ ਹੋਏਗੀ, ਤੁਹਾਡੀ ਬਾਕੀ ਆਰਗਨ ਸਿਸਟਮ ਨੂੰ ਪ੍ਰੋਬਲਮ ਹੋਏਗਾ। ਠੀਕ ਹੈ, ਕਿਉਂਕਿ ਹਰ ਮੈਡੀਕੇਸ਼ਨ ਦਾ ਨਾ ਸਾਈਡ ਇਫੈਕਟ ਵੀ ਹੁੰਦੇ ਨੇ, ਤੇ ਤੁਸੀਂ ਅਨਨੈਸਰੀ ਮੈਡੀਕੇਸ਼ਨ ਸਟਾਰਟ ਨਾ ਕਰੋ। ਅਗਰ ਤੁਹਾਨੂੰ ਕੋਈ ਡਾਊਟ ਹੈਗਾ, ਪਲੀਜ਼ ਅਪਰੋਚ ਅ ਡਾਕਟਰ, ਕਿਸੇ ਡਾਕਟਰ ਨੂੰ ਕੰਸਲਟ ਕਰੋ। ਠੀਕ ਹੈ, ਉੱਥੇ ਜਾ ਕੇ ਡਾਕਟਰ ਤੁਹਾਨੂੰ ਐਡਵਾਈਸ ਕਰਦਾ ਹੈ ਕਿ ਫਿਰ ਕਰੋ, ਆਪਣੇ ਆਪ ਕੋਈ ਦਵਾਈ ਸਟਾਰਟ ਨਾ ਕਰੋ। ਇੱਕ और चीज करें कि आजकल मैं देखा कि
ਸਾਰੇ ਆਪਣੇ ਆਪ ਹੀ ਡਾਕਟਰ ਬਣੇ ਮਤਲਬ ਆਪਣੇ ਆਪ ਨੂੰ ਡਾਕਟਰ ਬਣੇ ਪਏ। ਆਈ ਡੋਂਟ ਥਿੰਕ ਕਿ ਉਹਨਾਂ ਦੀ ਗਲਤੀ ਹੈ, ਕਿਉਂਕਿ ਸਾਰੇ ਲੋਕ ਪੈਨਿਕ ਆ ਗਏ ਹੈ ਨਾ, ਟੈਨਸ਼ਨ ਵਿੱਚ ਆ ਗਏ। ਤੇ ਸਾਡਾ ਕੰਮ ਹੈ ਕਿ ਅਸੀਂ ਉਹਨੂੰ ਗਾਈਡ ਕਰੀਏ। ਕੋਈ ਵੀ ਅਗਰ ਕੋਈ ਚਿੰਤਾ ਹੋਈ ਹੈ, ਕੋਈ ਸਿੰਪਟਮ ਆ ਰਿਹਾ, ਪਲੀਜ਼ ਜੋ ਵੀ ਨੀਅਰ ਬਾਈ ਡਾਕਟਰ ਹੈਗਾ, ਲੋਕਲ ਡਾਕਟਰ ਹੈਗਾ, ਹਸਪੀਟਲ ਹੈ, ਉਹਦੇ ਜਾ ਕੇ ਕੰਟੈਕਟ ਕਰੋ, ਕੰਸਲਟ ਕਰੋ, ਠੀਕ ਹੈ। ਅਨਨੈਸਰੀ ਇਨਵੈਸਟੀਗੇਸ਼ਨ ਵੀ ਨਹੀਂ ਕਰਾਣੀ, ਠੀਕ ਹੈ। ਲੋਕ ਇਨਫੈਕਟੀ ਮਾਰਕਰ ਆਪਣੇ ਆਪ ਕਰਵਾ ਰਹੇ ਨੇ, ਬਹੁਤ ਜ਼ਿਆਦਾ ਕਰਵਾ ਰਹੇ ਨੇ, ਠੀਕ ਹੈ। ਕਿਉਂਕਿ ਉਹਦਾ ਵੀ ਇੱਕ ਟਾਈਮ ਹੁੰਦਾ ਕਦੋਂ ਕਰਾਉਣਾ ਹੁੰਦਾ, ਉਹ ਸਟਾਰਟਿੰਗ ਵਿੱਚ ਨਹੀਂ ਕਰਾਉਣਾ। ਤੇ ਲੋਕ ਕਈ ਦੇਖੇ, ਕਈ ਲੋਕ ਇੱਥੇ ਦਿੱਲੀ ਵਿੱਚ ਵੀ ਦੇਖਿਆ ਕਿ ਕਈ ਲੋਕ ਆਪਣੇ ਆਪ ਹੀ HRCT ਵੀ ਸੀਟੀ ਟੈਸਟ ਕਰ ਰਹੇ ਆਪਣੇ ਆਪ, ਠੀਕ ਹੈ। पहले जो ਜੀ सिम्टम थोड़ा सा आया, सीटी कराया, वो नॉर्मल आएगा। सीटी का भी एक टाइम होता, ਉਹਦਾ ਵੀ क्राइटेरिया है। डॉक्टर ਨੂੰ ਪਤਾ ਹੈ ਕਿ ਕਦੋਂ ਸੀਟੀ ਕਰਾਣਾ ਮੈਨੇ, ਕਦੋਂ ਮੈਨੇ ਇਨਫਲੇਮੇਟਰੀ ਮਾਰਕਰ ਇਨਵੈਸਟੀਗੇਸ਼ਨ ਭੇਜਣੀ ਹੈ, ਤੇ ਕਦੋਂ ਮੈਨੇ ट्रीटमेंट ਤੇ ਕੀ ट्रीटमेंट स्टार्ट करना है। ਤੇ ਮੇਰੀ ਐਡਵਾइस यही है, पैनिक नहीं होना है, ठीक है। ਤੇ ਅਗਰ ਤੁਹਾਨੂੰ ਕੋਈ ਲੱਗਦਾ ਹੈ, ਡਾਊਟ ਹੈ, ਸਿੰਪਟਮ ਹੈ, ਐਕਸਪੋਜ਼ਰ ਹੈ, ਤੇ ਇੱਕ ਡਾਕਟਰ ਨੂੰ ਕੰਸਲਟ ਜ਼ਰੂਰ ਕਰੋ, ਉਹਦੇ ਬਾਅਦ ਹੀ ਸਾਰੀ ਸਭ ਚੀਜ਼ ਸਟਾਰਟ ਕਰੋ। ਜੀ 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 ਕਸ਼ਮੀਰ ਤੋਂ ਵੀ ਅੰਮ੍ਰਿਤਪਾਲ ਸਿੰਘ ਲਿਖ ਰਹੇ ਨੇ ਕਿ ਪਲੀਜ਼ ਸਟਾਕ ਜਮ੍ਹਾਂ ਨਾ ਕਰੋ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਸਟਾਕ ਜਮ੍ਹਾਂ ਬਿਲਕੁਲ, ਕਿ ਡਾਕਟਰ ਸਾਹਿਬ ਵਾਲੀ ਗੱਲ ਔਰ ਕੋਮਲ ਹੋਣਾ ਨੇ ਜਿੱਦਾਂ ਕਿਹਾ ਹੈ ਕਿ ਮੇਕ ਅ ਰਿਕੁਐਸਟ ਦੈਟ ਪੀਪਲ ਡੋਂਟ ਸਟਾਕ ਆਕਸੀਜਨ ਸਿਲੰਡਰਸ ਐਂਡ ਕੰਸਨਟ੍ਰੇਟਰਸ ਅਨਨੈਸੈਸਰੀਲੀ। ਉਹਨਾਂ ਨੇ ਕਿਹਾ ਕਿ ਦੇਖੋ ਬੇਵਜ੍ਹਾ ਕਿ ਤੁਸੀਂ ਆਪਣੇ ਜਿਹੜਾ ਸਟਾਕ ਕਰਕੇ ਨਾ ਰੱਖੋ, ਬਿਲਕੁਲ ਤੁਸੀਂ ਕਿਹਾ, ਕਿਉਂਕਿ ਦੇਖੋ ਬਿਲਕੁਲ ਇਹ ਹਾਲਾਤ ਸਾਡੇ ਸਾਹਮਣੇ ਨੇ, ਲੋਕਾਂ ਨੇ ਇੰਨਾ ਇੰਨਾ ਪੈਸਾ ਸਟਾਕ ਕਰਕੇ ਰੱਖਿਆ ਹੋਇਆ ਸੀ। ਤਾਂ ਕੋਵਿਡ ਦੇ ਨਾਲ ਜਿਹੜੀ ਮਹਾਮਾਰੀ ਆਈ ਹੈ, ਅਗਰ ਸਟਾਕ ਕੀਤਾ ਹੋਇਆ ਪੈਸਾ ਅੱਜ ਸਾਡੇ ਕੰਮ ਨਹੀਂ ਆ ਰਿਹਾ, ਤਾਂ ਜਦੋਂ ਸਾਡੀ ਮੈਂਟੈਲਿਟੀ ਹੁੰਦੀ ਹੈ ਕਿ ਸਟਾਕ ਕਰਨਾ ਕਿਉਂ, ਅਸੀਂ ਜਨਮ ਤੋਂ ਹੀ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿ ਸਟਾਕ ਸਟਾਕ ਹਰ ਇੱਕ ਚੀਜ਼ ਨੂੰ। ਤੇ ਦੁਨੀਆ ਕਿਉਂ ਨਹੀਂ ਸਮਝਦੀ ਕਿ ਅਗਰ ਮੇਰੇ ਸਾਹ ਚੱਲ ਰਹੇ ਨੇ ਤੇ ਇਸ ਸਮੇਂ ਕਿਸੇ ਨੂੰ ਸਾਹਾਂ ਦੀ ਜ਼ਰੂਰਤ ਹੈ, ਤੇ ਸਾਹ ਉਹ ਲੈ ਲਵੇ ਤਾਂ ਸ਼ਾਇਦ ਕਿਸੇ ਦੀ ਜਿਹੜੀ ਜਾਨ ਵੀ ਬਚ ਸਕਦੀ ਹੈ। ਤਾਂ ਕੋਮਲ ਜੀ, ਜਿੱਦਾਂ ਇੱਕ ਦਿਨ ਸਾਡੀ ਫੋਨ ਤੇ ਗੱਲ ਹੋ ਰਹੀ ਸੀ, ਦਿੱਲੀ ਤੋਂ ਵੀ ਤੁਹਾਡੇ ਨਾਲ ਪੇਸ਼ੈਂਟ ਜਿਹੜੇ ਜੁੜੇ ਹੋਏ ਨੇ, ਇੱਕ ਤੁਸੀਂ ਘਟਨਾ ਜਿਹੜੀ ਫੋਨ ਤੇ ਮੇਰੇ ਨਾਲ ਸਾਂਝੀ ਕੀਤੀ ਸੀ, ਕਾਫੀ ਜ਼ਿਆਦਾ ਉਸ ਘਟਨਾ ਦੇ ਬਾਅਦ ਸ਼ਾਇਦ ਦਿਲ ਇੱਕਦਮ ਝੰਜੋੜਿਆ ਗਿਆ ਸੀ, ਕਿ ਜਿੱਦਾਂ ਤੁਸੀਂ ਕਿਹਾ ਕਿ ਮੈਂ ਬਹੁਤ ਜ਼ਿਆਦਾ, ਤੁਸੀਂ ਉਸ ਸਮੇਂ ਬਿਜ਼ੀ ਸੀ, ਤੁਸੀਂ ਗੱਲ ਕਰਨ ਦਾ ਸਮਾਂ ਨਹੀਂ ਸੀ ਤੁਹਾਡੇ ਕੋਲ, ਕਿਉਂਕਿ ਡੈਡ ਬੋਡੀਜ਼ ਨੂੰ ਲੈ ਕੇ ਵੀ ਪ੍ਰੋਬਲਮਸ ਆ ਰਹੀਆਂ ਨੇ ਕਿ ਡੈਡ ਬੋਡੀ ਚੁੱਕਣ ਵਾਲਾ ਕੋਈ ਹੈ ਨਹੀਂਗਾ, ਜਾਂ ਕੀ ਕਾਰਨ ਹੋ ਰਹੇ ਨੇ ਦਿੱਲੀ ਦੇ ਅੰਦਰ ਜਾਂ ਦਿੱਲੀ ਦੇ ਬਾਹਰ ਦੇ। ਜ਼ਿਆਦਾ ਇਸ ਸਮੇਂ ਮਾੜੇ ਹਾਲਾਤ ਦਿੱਲੀ ਦੇ ਹੀ ਦੱਸੇ ਜਾ ਰਹੇ ਨੇ। ਕੀ ਘਟਨਾ, ਜਿੱਦਾਂ ਤੁਸੀਂ ਕਿਹਾ ਕਿ ਬੇਟਾ ਆਪਣੇ ਫਾਦਰ ਦੀ ਲਾਸ਼, ਡੈਡ ਬੋਡੀ ਨੂੰ ਲੈ ਕੇ ਬੈਠਾ ਹੋਇਆ ਸੀ ਉੱਥੇ, ਔਰ ਕੋਈ ਡੈਡ ਬੋਡੀ ਚੁੱਕਣ ਨੂੰ ਨਹੀਂ। ਦੇਖੋ, ਅਗਰ ਤੁਸੀਂ ਦਿੱਲੀ ਵਿੱਚ ਜਾਓਗੇ ਇਨ ਪਰਸਨ, ਅਗਰ ਤੁਸੀਂ ਗਰਾਊਂਡ ਤੇ ਜਾਂਦੇ, ਤੁਹਾਨੂੰ ਐਸੀਆਂ ਹਜ਼ਾਰਾਂ ਸਟੋਰੀਜ਼ ਮਿਲਣਗੀਆਂ ਜਿੱਥੇ ਪੇਰੈਂਟਸ, ਕਿਸੇ ਦੀ ਡੈਥ ਹੋ ਗਈ ਹੈ, ਬਾਕੀ ਫੈਮਿਲੀ ਮੈਂਬਰਸ ਕੋਵਿਡ ਪੋਜ਼ਿਟਿਵ ਹੈਗੇ, ਉਹ ਲੈ ਕੇ ਨਹੀਂ ਜਾ ਸਕਦੇ ਕ੍ਰੀਮੇਟ ਕਰਨ ਲਈ। ਕ੍ਰੀਮੇਟ ਕਰਨ ਲਈ ਜਾ ਰਹੇ ਹੋ, ਗਰਾਊਂਡਸ ਇੰਨੇ ਜ਼ਿਆਦਾ ਕ੍ਰੀਮੇਸ਼ਨ ਹੋ ਰਹੀ ਹੈ ਕਿ ਉੱਥੇ ਆਲਰੇਡੀ ਇੱਕ ਕਿਊ ਬਹੁਤ ਲੰਬਾ ਹੈ, ਤੁਹਾਨੂੰ ਵੇਟ ਕਰਨਾ ਪੈਂਦਾ ਬਹੁਤ ਲੰਬੇ ਟਾਈਮ ਲਈ। ਤੇ ਉਸ ਵਿੱਚ ਸਾਡੇ ਬਹੁਤ ਐਸੇ ਸੇਵਾਦਾਰ ਹੈਗੇ ਦਿੱਲੀ ਵਿੱਚ ਜਿਨ੍ਹਾਂ ਨੇ ਇਹ ਕਾਫੀ ਸੇਵਾ ਸਟਾਰਟ ਕੀਤੀ ਹੈ। ਤੇ ਉਸੇ ਵਿੱਚ ਇੱਕ ਘਟਨਾ ਐਸੀ ਵੀ ਸੀ ਜਿਹੜੀ ਮੇਰੇ ਨਾਲ, ਮੈਂ ਕਿਸੇ ਦਾ ਮੈਨੂੰ ਇੱਕ ਮੈਸੇਜ ਆਇਆ ਸੀ ਕਿ ਕਿਸੇ ਦੇ ਫਾਦਰ ਹੈਗੇ, ਉਹਨਾਂ ਦੇ ਬੱਚੇ ਜਿਹੜੇ ਹੈਗੇ ਅਮਰੀਕਾ 'ਚ ਹੈਗੇ, ਤੇ ਉਹਨਾਂ ਦੀ ਮਦਰ ਵੀ ਕਾਫੀ ਏਜਡ ਹੈ, ਤੇ ਉਹਨਾਂ ਦੀ ਡੈਥ ਹੋ ਗਈ, ਤੇ ਉਹਨਾਂ ਨੂੰ ਕ੍ਰੀਮੇਟ ਕਰਨ ਵਾਲਾ ਕੋਈ ਨਹੀਂ ਸੀ। ਤੇ ਮੈਂ ਇੱਕ ਯੂਨਾਈਟਿਡ ਸਿੱਖਸ ਤੋਂ ਪ੍ਰੀਤਮ ਵੀਰ ਜੀ ਸੀ, ਮੈਂ ਉਹਨਾਂ ਨਾਲ ਕੰਟੈਕਟ ਕੀਤਾ ਜਿਹੜੇ ਸੇਵਾ ਕਰ ਰਹੇ ਨੇ, ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਵੀਰ ਜੀ ਤੁਸੀਂ ਉੱਥੇ ਜਾ ਸਕਦੇ ਹੋ? तो कहने लगे कि मैं उस साइड नहीं जा सकता क्योंकि अगले 3 घंटे में 32 बॉडीज क्रिमेट करना है। मतलब होर ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਸੀ ਕਿ ਇੱਕ ਮੁੰਡਾ ਪੂਰੀ ਰਾਤ ਆਪਣੇ ਫਾਦਰ ਨੂੰ ਲੈ ਕੇ ਬੈਠਿਆ ਰਿਹਾ ਕਿਉਂਕਿ ਉਹਨੂੰ ਕੰਧਾ ਦੇਣ ਲਈ ਕੋਈ ਬੰਦਾ ਨਹੀਂ ਸੀ। ਤੇ ਇੱਕ ਇਨਸਾਨੀਅਤ ਨੂੰ ਤੋੜਨ ਵਾਲੀਆਂ ਵੀ ਘਟਨਾਵਾਂ ਸਾਹਮਣੇ ਆ ਰਹੀਆਂ, ਬਟ ਇਸ ਵਿੱਚ ਉਹ ਲੋਕ ਵੀ ਸਾਹਮਣੇ ਆ ਰਹੇ ਨੇ ਜਿਨ੍ਹਾਂ ਨੂੰ, ਮਤਲਬ ਤੁਸੀਂ ਕਹਿ ਸਕਦੇ ਹੋ, ਜਿਨ੍ਹਾਂ ਨੂੰ ਕਿਸੇ ਦਾ ਕੋਈ, ਉਹ ਕਹਿੰਦੇ ਸੀ ਨਾ ਪਹਿਲੇ ਕਿ ਬਹੁਤ ਬਲੱਡ ਰਿਲੇਸ਼ਨ ਤੁਹਾਡੇ ਨਾਲ ਰਹਿੰਦੇ ਨੇ, ਤੇ ਅੱਜ ਸਮਝ ਆਉਂਦਾ ਕਿ ਇਨਸਾਨੀਅਤ ਤੁਹਾਡੇ ਨਾਲ ਰਹਿੰਦੀ ਹੈ, ਬਲੱਡ ਰਿਲੇਸ਼ਨ ਵੀ ਤੁਹਾਡੇ ਆਪਣੇ ਨਹੀਂ ਰਹਿੰਦੇ। ਤੇ ਤੁਹਾਡੇ ਰਮਨ ਜੀ, ਤੁਹਾਡੇ ਚੈਨਲ ਤੋਂ ਨਾ ਮੈਂ ਇੱਕ ਅਪੀਲ ਜਿਹੜੀ ਸਾਡੇ ਜੰਮੂ ਐਂਡ ਕਸ਼ਮੀਰ ਦੀ ਜਿਹੜੀ ਸੰਗਤ ਹੈ ਉਹਨੂੰ ਇਹ ਕਰਨਾ ਚਾਹੁੰਦੇ ਹਾਂ ਕਿ ਅਗਰ ਤੁਸੀਂ ਕੋਵਿਡ ਪੋਜ਼ਿਟਿਵ ਹੈਗੇ ਹੋ, ਤੁਸੀਂ ਛੁਪਾਓ ਨਹੀਂ, ਕਿਉਂਕਿ ਬਹੁਤ ਐਸੇ ਕੇਸਿਸ ਹੈਗੇ ਜਿੱਥੇ ਫੈਮਲੀਆਂ ਛੁਪਾ ਰਹੀਆਂ, ਉਹ ਦਿਨੇ ਘੁੰਮਣ ਵੀ ਚਲੇ ਜਾਂਦੇ ਨੇ, ਰਿਸ਼ਤੇਦਾਰਾਂ ਕੋਲ ਵੀ ਚਲੇ ਜਾਂਦੇ ਨੇ, ਫਿਰ ਇਸ ਤਰ੍ਹਾਂ ਉਹ ਕਮਿਊਨਿਟੀ ਸਪਰੈਡ ਹੁੰਦਾ ਜਾ ਰਿਹਾ ਹੈ। ਇੱਕ ਤੇ ਮਤਲਬ ਤੁਸੀਂ ਕੋਵਿਡ ਕੋਈ ਅਨਟਚੇਬਿਲਿਟੀ ਨਹੀਂ ਹੈ, ਕੋਈ ਮਤਲਬ ਉਸ ਵਿੱਚ ਤੁਹਾਨੂੰ ਇੰਨਾ ਤੁਸੀਂ ਉਹਨੂੰ ਕਿਉਂ ਬਣਾ ਰਹੇ ਇੱਥੇ ਕੋਵਿਡ ਹੈਗਾ ਅਸੀਂ ਜਾਵਾਂਗੇ ਨਹੀਂ। ਤੁਹਾਨੂੰ ਪਤਾ ਕਿ ਅੱਜ ਘਰ 'ਚ ਕੋਵਿਡ ਪੇਸ਼ੈਂਟ ਬੈਠਿਆ ਹੋਇਆ ਹੈ,
ਜਿੰਨੀ ਜੀ ਅਸੀਂ ਇਸ ਵਿੱਚ ਅਵੇਅਰਨੈਸ ਕਰਾਂਗੇ, ਜਿੰਨਾ ਅਸੀਂ ਸੱਚ ਬੋਲਾਂਗੇ, ਅਸੀਂ ਦੂਸਰਿਆਂ ਨੂੰ ਵੀ ਬਚਾਵਾਂਗੇ, ਆਪਣੇ ਆਪ ਨੂੰ ਵੀ ਬਚਾਵਾਂਗੇ। ਬਿਲਕੁਲ ਨਾਲੇ ਸਮਾਜ ਜਿਹੜੀ ਪ੍ਰਤੀ ਫਰਜ਼ ਹੈ। ਨਾਲੇ ਜਿਹੜੀ ਸੁਸਾਇਟੀ ਦਾ ਜਿਹੜਾ ਸ਼ੇਮਿੰਗ ਹੈਗੀ ਨਾ ਇਸ ਦੇ ਆਸ-ਪਾਸ ਕਿ ਹਾਏ ਇਹ ਤਾਂ ਕੋਵਿਡ ਪੇਸ਼ੈਂਟ ਹੈ, ਉਸ ਵਜ੍ਹਾ ਤੋਂ ਵੀ ਲੋਕ ਵਿਚਾਰੇ ਮਜਬੂਰ ਹੈਗੇ ਛੁਪਾਉਣ ਲਈ। ਉਹ ਛੁਪਾਉਣ, ਜੀ ਹੁਣ ਦੇਖੋ ਡੈਥ ਹੋ ਰਹੀ ਹੈ ਕੋਈ, ਉਸ ਡੈਥ ਵਿੱਚ ਥੱਲੇ ਕੋਈ ਲਿਖ ਰਿਹਾ ਇਹ ਕੋਵਿਡ ਡੈਥ ਹੈ, ਕੋਈ ਕਹਿੰਦਾ ਕੋਵਿਡ ਡੈਥ ਨਹੀਂ ਹੈ। ਹੁਣ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਉਹਨੂੰ ਦੇਖ ਕੇ ਜਿਹੜੀ ਨਾਨ ਕੋਵਿਡ ਡੈਥ ਹੈ ਉਸ ਵਿੱਚ ਵੀ ਤੁਹਾਨੂੰ ਗੈਦਰਿੰਗ ਨਹੀਂ ਕਰਨੀ ਚਾਹੀਦੀ, ਤੁਹਾਨੂੰ ਗੁਰਦੁਆਰਿਆਂ ਵਿੱਚ ਜੀ ਸਮਾਗਮ ਨਹੀਂ ਕਰਨੇ ਚਾਹੀਦੇ, ਹੈ ਨਾ। ਤੇ ਜੀ ਮਤਲਬ ਹੁਣ ਜਿਸ ਤਰ੍ਹਾਂ ਜਿੰਨੀ ਸਾਨੂੰ ਰਿਕੁਐਸਟਸ ਵੀ ਆਉਂਦੀਆਂ ਪਈਆਂ, ਉਸ ਵਿੱਚ ਇੱਕ ਹੋਰ ਚੀਜ਼ ਜਿਹੜੀ ਮੈਂ ਐਡ ਕਰਨਾ ਚਾਹੁੰਦੀ ਉਹ ਹੈ ਕਿ ਤੁਸੀਂ ਝੂਠੇ ਐਸਓਐਸ ਨਾ ਭੇਜੋ, ਵੈਰੀਫਾਈ ਕਰਕੇ ਭੇਜੋ, ਠੀਕ ਹੈ। ਜੀ ਮਤਲਬ ਅਸੀਂ ਜਦ ਕ੍ਰਾਸ ਚੈੱਕ ਕਰਦੇ ਹਾਂ, ਅਸੀਂ ਆਪਣੇ ਕਿਸੇ ਡਾਕਟਰ ਨੂੰ ਕਹਿੰਦੇ ਹਾਂ ਤੁਸੀਂ ਆਨਲਾਈਨ ਦੇਖੋ ਇਹਨਾਂ ਦਾ ਆਕਸੀਮੀਟਰ ਤੇ ਕੀ ਹੈਗਾ, ਉਹ ਨਾਰਮਲ ਹੁੰਦਾ ਹੈ, ਬਟ ਉਹ ਕਹਿੰਦੇ ਨੇ ਕਿ ਨਹੀਂ ਸਾਨੂੰ ਡਰ ਲੱਗ ਰਿਹਾ ਹੈ ਕਿ ਅਗਰ ਕੁਝ ਹੋ ਜਾਏਗਾ ਸਾਨੂੰ ਸਿਲੰਡਰ ਨਹੀਂ ਮਿਲੇਗਾ। ਦੇਖੋ ਜੰਮੂ ਐਂਡ ਕਸ਼ਮੀਰ ਵਿੱਚ ਆਕਸੀਜਨ ਦੀ ਕੋਈ ਕ੍ਰਾਈਸਿਸ ਨਹੀਂ ਹੈ ਸਰਕਾਰੀ ਹਸਪਤਾਲਾਂ 'ਚ ਹਾਲੇ ਤੱਕ, ਉੱਥੇ ਹਮ ਬੈਡਸ ਵੀ ਅਵੇਲੇਬਲ ਹੈਗੇ ਨੇ ਆਕਸੀਜਨ ਵਾਲੇ। ਮਗਰ ਲੋਕੀ ਜਦ ਤੱਕ ਤੁਸੀਂ ਸਰਕਾਰੀ ਹਸਪੀਟਲ ਨਹੀਂ ਜਾਓਗੇ ਤੁਸੀਂ ਕਿਸ ਤਰ੍ਹਾਂ ਸਿਸਟਮ ਨੂੰ ਠੀਕ ਕਰੋਗੇ? ਘਰ ਬੈਠ ਕੇ ਤੁਸੀਂ ਕਿੰਨੇ ਲੋਕ ਘਰ ਬਿਠਾ ਦੋਗੇ? ਨਾਲੇ ਹਮ ਸਿਲੰਡਰ ਦਾ ਜਿਹੜਾ ਫਲੋ ਹੈ, ਮਤਲਬ ਮੈਨੂੰ ਲੱਗਦਾ ਡਾਕਟਰ ਹਰਮੀਤ ਇਸ ਤੇ ਥੋੜਾ ਦੱਸ ਸਕਦੇ ਨੇ ਕਿ ਇੱਕ ਜਿਹੜਾ ਫਲੋ ਹੈ ਆਕਸੀਜਨ ਦਾ, ਉਹ ਵੀ ਇੱਕ ਮੈਡੀਕਲ ਪ੍ਰੋਫੈਸ਼ਨਲ ਨੂੰ ਪਤਾ ਹੈ ਕਿ ਪੇਸ਼ੈਂਟ ਦੀ ਪ੍ਰੋਫਾਈਲ ਨੂੰ ਦੇਖ ਕੇ ਹੁੰਦਾ ਹੈ। ਤੁਸੀਂ ਆਪਣੀ ਜੀ ਮਰਜ਼ੀ ਨਾਲ ਤੁਸੀਂ ਸੋਚ ਸਕਦੇ ਹੋ ਕਿ ਇੱਕ ਗਰੁੱਪ ਵਿੱਚ ਇੱਕ ਬੰਦੇ ਨੇ, ਕਿਸੇ ਨੇ ਲਿਖਿਆ ਕਿ ਕੋਈ ਗੱਲ ਨਹੀਂ ਤੁਹਾਨੂੰ ਆਕਸੀਜਨ, ਤੁਸੀਂ YouTube ਤੋਂ ਦੇਖ ਲਓ ਕਿਸ ਤਰ੍ਹਾਂ ਆਕਸੀਜਨ ਲਗਾਉਂਦੇ ਨੇ, YouTube ਤੋਂ ਦੇਖ ਕੇ ਤੁਸੀਂ ਆਪਣੀ ਸੈਲਫ ਮੈਡੀਕੇਸ਼ਨ ਕਰ ਰਹੇ ਹੋ। ਔਰ ਬਿਲਕੁਲ ਘਰ ਹੀ ਡਾਕਟਰ ਬਣ ਰਹੇ ਨੇ। ਜੰਮੂ ਵਿੱਚ ਇਸ ਵਕਤ ਪੇਸ਼ੈਂਟ ਜਿੰਨੇ ਸੈਚੂਰੇਸ਼ਨ ਘਟਦੀ ਉਹ ਸਿਲੰਡਰ ਲੱਭਦੇ, ਤੁਸੀਂ ਜਾਓ ਹਸਪੀਟਲ ਜਾਓ, ਆਪਣਾ ਇੱਕ ਤੁਹਾਨੂੰ ਬੈੱਡ ਮਿਲੇਗਾ, ਤੁਹਾਨੂੰ ਆਕਸੀਜਨ ਤੁਹਾਡਾ ਇੱਕ ਲੈਵਲ ਬਰਾਬਰ ਹੁੰਦਾ, ਤੁਸੀਂ ਫਿਰ ਘਰ ਵਾਪਸ ਆ ਜਾਓ। ਤੇ ਨਾਲੇ ਅਸੀਂ ਡਾਕਟਰਸ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਪਲੀਜ਼ ਸਾਨੂੰ, ਜਿਹੜੇ ਵੀ ਪੇਸ਼ੈਂਟ ਕਹਿੰਦੇ ਨੇ ਸਿਲੰਡਰ ਦੇ ਦਿਓ, ਉਹ ਕਹਿੰਦੇ ਨੇ ਸਾਨੂੰ ਡਾਕਟਰਸ ਨੇ ਕਿਹਾ, ਡਾਕਟਰਸ ਨੂੰ ਇਹ ਅਪੀਲ ਕਰ ਰਹੇ ਹਾਂ ਕਿ ਤੁਸੀਂ ਵੀ ਅਗਰ ਕੋਈ ਐਸਾ ਪੇਸ਼ੈਂਟ ਹੈ ਜਿਹਨੂੰ ਸੱਚੀ ਜ਼ਰੂਰਤ ਪੈ ਸਕਦੀ ਹੈ ਕਿਸੇ ਵੀ ਟਾਈਮ, ਉਹਨੂੰ ਪ੍ਰਿਸਕ੍ਰਿਪਸ਼ਨ ਤੇ ਲਿਖ ਕੇ ਦਿਓ ਕਿ ਇਹਨੂੰ ਆਕਸੀਜਨ ਦੀ ਸਪੋਰਟ ਚਾਹੀਦੀ ਹੈ, ਤਾਂ ਕਿ ਉਸ ਨਾਲ ਅਸੀਂ ਦੇਖ ਸਕੀਏ। आई थिंक हरमीत कुछ ऐड करना चाहते हैं। जी हाँ, जी डॉक्टर साहब। आई वांट टू ऐड ये है, अगर कोई पेशेंट कोविड पॉजिटिव है, कोविड में कहना चाहना कि अगर कोई पेशेंट कोविड पॉजिटिव है तो उन्हें ऑक्सीजन जरूरत है, व्हाई दे आर नॉट गोइंग टू द हॉस्पिटल, बेड्स आर अवेलेबल, व्हाई दे आर डूइंग एट होम। अगर हॉस्पिटल में ऑक्सीजन नहीं मिलता है या बेड नहीं मिलता है तो ਤੁਸੀਂ ਘਰ ਵਿੱਚ ਇੰਤਜ਼ਾਮ ਕਰੋ, ਜਦੋਂ ਤੁਹਾਡੇ ਕੋਲ ਅਵੇਲੇਬਿਲਿਟੀ ਹੈ तो ਜਾਓ, ਉੱਥੇ ਕਿਉਂ ਨਹੀਂ ਜਾ ਰਹੇ? ਇਹ ਘਰ ਵਿੱਚ ਸਟਾਕ ਕਰਕੇ ਰੱਖਣਾ, ਇਹ ਮੈਂ ਕਹਿ ਰਿਹਾ ਸੀ ਕਿ ਸਟਾਕਿੰਗ ਔਰ ਬਲੈਕ ਮਾਰਕੀਟਿੰਗ ਇਹ ਮਤਲਬ ਇਹ ਸਾਨੂੰ ਨੁਕਸਾਨ ਹੀ ਪਹੁੰਚਾਏਗੀ, ਸਾਡੇ ਕੋਈ ਫਾਇਦਾ ਨਹੀਂ ਆਏਗਾ ਇਹਦੇ ਵਿੱਚ। ਕਿਉਂਕਿ ਤੁਸੀਂ ਅਗਰ ਸਾਰੇ ਸਿਲੰਡਰ ਆਪਣੇ ਸਟਾਕ ਕਰ ਲੋਗੇ, ਮਾਰਕੀਟ ਵਿੱਚ ਸਿਲੰਡਰ ਘੱਟ ਮਿਲਣਗੇ, ਕੰਸੈਂਟਰੇਟ ਘੱਟ ਹੋ ਜਾਣਗੇ ਤੇ ਆਪਣੇ ਆਪ ਹੀ ਬਲੈਕ ਮਾਰਕੀਟਿੰਗ ਦੇ ਰੇਟ ਵੱਧ ਜਾਏਗਾ, ਠੀਕ ਹੈ ਨਾ। ਤਾਂ ਨੁਕਸਾਨ ਆਪਣਾ ਹੀ ਹੈਗਾ, तो वो कम ना दो। अगर ਤੁਹਾਨੂੰ कोई प्रॉब्लम हैगी, कोई शक शुबा है तो ਤੁਸੀਂ हॉस्पिटल जाओ या डॉक्टर ਨੂੰ कंसल्ट करो, ठीक है। अननेसेसरी रिसोर्सेज को यूटिलाइज ना करो, जिथे जरूरत है उत्थे यूज करो जी। और डॉक्टर साहब इतने पवन मेहता पूछ रहे ने कि मास्क दी भी कोई क्वालिटी है और डबल मास्क पाना की कोई अच्छा है कि सानू डबल मास्क पाना चाहिए? यस मास्क यस नू लेके मैं दसदा मेरी सजेशन सारे ਨੂੰ ਇਹੀ ਹੈ, ਜਦੋਂ ਵੀ ਤੁਸੀਂ ਬਾਹਰ ਜਾਓਗੇ ਦੇਖੋ ਨਾ, ਹਰ ਮਾਸਕ ਦਾ ਨਾ ਇੱਕ ਪ੍ਰੋਟੈਕਸ਼ਨ ਦਾ ਇੱਕ ਪਰਸੈਂਟੇਜ ਹੁੰਦਾ ਹੈ, ਠੀਕ ਹੈ। ਹਰ ਮਾਸਕ ਦਾ ਤੁਸੀਂ ਜਿਹੜੇ ਘਰ ਮਾਸਕ ਵੀ ਘਰ ਵਿੱਚ ਮਾਸਕ ਆਪਣਾ ਮਾਸਕ ਕੱਪੜੇ ਦਾ ਬਣਾਉਂਦੇ ਹੋ, ਉਹ 50% 25% ਤੁਹਾਨੂੰ ਪ੍ਰੋਟੈਕਟ ਦਿੰਦਾ ਹੈ, ਠੀਕ ਹੈ। ਫਿਰ ਸਰਜੀਕਲ ਆਉਂਦਾ ਉਹ 60-70% ਦਿੰਦਾ ਹੈਗਾ, ਠੀਕ ਹੈ। ਤੇ N95 ਜਿਹੜਾ ਹੈਗਾ ਉਹ ਮੋਰ ਦੈਨ 90 ਦਿੰਦਾ ਹੈ। ਤੇ ਸਾਰੇ ਕੋਲ N95 ਨਹੀਂ ਹੋ ਸਕਦੇ ਕਿਉਂਕਿ ਉਹ ਬਹੁਤ ਮਹਿੰਗਾ ਵੀ ਹੈਗਾ ਤੇ ਮਿਲਦੇ ਵੀ ਨਹੀਂ। ਤੇ ਤੁਸੀਂ ਅਗਰ ਬਾਹਰ ਜਾਂਦੇ ਹੋ, ਮੇਰੀ ਸਜੈਸ਼ਨ ਇਹੀ ਹੈ ਕਿ ਜਦੋਂ ਅੱਜ ਕੱਲ੍ਹ ਅਸੀਂ ਇੱਥੇ ਦੇਖ ਰਹੇ ਹਾਂ ਕਿ ਘਰ ਵਿੱਚ ਕੋਵਿਡ ਪॉजिटिव ਪੇਸ਼ੈਂਟ ਹੈਗਾ, ਇਟ ਇਜ਼ ਆਲਰੇਡੀ ਕਮਿਊਨਿਟੀ ਸਪਰੈਡ ਜੋ ਮੈਨੂੰ ਲੱਗ ਰਿਹਾ ਹੈ, ਕਿਉਂਕਿ ਹਰ ਘਰ ਵਿੱਚ ਪੇਸ਼ੈਂਟ ਕੋਵਿਡ ਪੇਸ਼ੈਂਟ ਹੈਗਾ। ਦਿੱਲੀ ਦੀ ਗੱਲ ਕਰ ਰਿਹਾ ਮੈਂ, ਤੇ ਧੀਰੇ ਕਰਕੇ ਬਾਕੀ ਸਟੇਟਾਂ ਵਿੱਚ ਵੀ ਇਹ ਹਾਲ ਹੋਣਾ ਹੈ, ਉੱਥੇ ਵੀ ਆਉਣਾ ਹੈ, ਠੀਕ ਹੈ। ਤੇ ਜਦੋਂ ਵੀ ਬਾਹਰ ਜਾਓ ਤੇ ਮੇਰੀ ਸਜੈਸ਼ਨ ਹੈ ਕਿ ਡਬਲ ਮਾਸਕ ਜ਼ਰੂਰ ਰਹਿਣਾ। जी जी ਬਿਲਕੁਲ ਡਾਕਟਰ ਸਾਹਿਬ ਨੇ ਕਿਹਾ ਕਿ ਬਾਹਰ ਜਾਣਾ ਤਾਂ ਜਿੱਦਾਂ ਤੁਸੀਂ ਦੱਸਿਆ ਕਿ ਡਬਲ ਮਾਸਕ ਦੀ ਜਿਹੜੀ ਅਗਰ ਤੁਸੀਂ ਕਰ ਰਹੇ ਹੋ ਆਪਣਾ ਪ੍ਰਯੋਗ ਤਾਂ ਜ਼ਿਆਦਾ ਬੈਟਰ ਹੈਗਾ ਆਪਣੇ ਲਈ ਹੀ। ਤਾਂ ਹੋਰ ਕੋਈ ਮੈਸੇਜ ਅਗਰ ਤੁਸੀਂ ਇਸ ਸਮੇਂ ਦੇਣਾ ਚਾਹੋਗੇ? ਜੀ 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 ਡਾਕਟਰ ਸਾਹਿਬ। ਸੌਰੀ ਰਮਨ ਕੌਰ ਜੀ, ਮੈਂ ਤੁਹਾਨੂੰ ਇੰਟਰਪਟ ਕਰ ਰਿਹਾ। ਇੱਥੇ ਇੱਕ ਗਲਤੀ ਹੋਰ ਹੈ, ਮਾਸਕ ਲਗਾਉਣਾ ਹੀ ਪ੍ਰੋਟੈਕਸ਼ਨ ਹੀ ਹੈਗਾ, ਠੀਕ ਹੈ।
जी ਮਾਸਕ जी ਕਿਵੇਂ ਲਗਾਉਣਾ ਹੈ ਤੇ ਉਹ ਕਿਵੇਂ ਉਤਾਰਨਾ ਹੈ, ਉਹ ਜ਼ਿਆਦਾ ਇੰਪੋਰਟੈਂਟ ਹੈਗਾ। ਤੁਸੀਂ ਬਾਹਰ ਗਏ ਹੋ, ਕਰਾਊਡ ਵਿੱਚ ਗਏ ਹੋ, ਠੀਕ ਹੈ, ਤੁਸੀਂ ਮਾਸਕ ਪਹਿਨਾ, ਤੁਸੀਂ ਉਤਾਰ ਕੇ ਆ ਕੇ ਇੱਥੇ ਟੱਚ ਕਰ ਦਿੰਦੇ ਹੋ, ਉਹ ਜਿਹੜਾ ਅਗਰ ਕੋਈ ਕੋਵਿਡ ਵਾਇਰਸ ਹੋਏਗਾ, ਇਨਫੈਕਸ਼ਨ ਹੋਏਗਾ, ਉਹ ਤੁਹਾਡੇ ਹੱਥ ਵਿੱਚ ਲੱਗ ਜਾਏਗਾ। ਤੇ ਵੀ ਡੋਂਟ ਨੋ ਹਾਊ जी ਟੂ ਹੈਂਡਲ ਇਟ, ਠੀਕ ਹੈ, ਉਹ जी ਇੰਪੋਰਟੈਂਟ ਹੈਗਾ। ਕਦੇ ਵੀ ਮਾਸਕ ਨੂੰ ਅੱਗੇ ਟੱਚ ਨਹੀਂ ਕਰਨਾ, ਉਹਦੀ ਜਿਹੜੀ ਟਾਈਟ ਨਾਈਟ ਨੋਟ ਵਾਸਤੇ ਜਿਹੜੀ जी ਹੁੰਦੀ ਹੈ स्ट्राइक ਉੱਥੇ ਹੀ से ਟੱਚ ਕਰੋ, ਜਾਂ ਇੱਥੇ ਅੱਗੇ ਕभी ਵੀ ਟੱਚ ਨਹੀਂ ਕਰਨਾ ਹੈਗਾ। ਜਦੋਂ ਫੈਂਕਣਾ ਵੀ ਹੈ, ਧੋਣਾ ਵੀ ਹੈ, ਇੱਥੋਂ ਖੋਲੋ, ਇੱਥੋਂ ਬੰਦੋ ਤੇ ਜਾ ਕੇ ਧੋਣਾ ਵੀ ਹੈ ਤੇ ਜਾਂ ਫਿਰ ਫੈਂਕਣਾ ਹੈਗਾ, ਠੀਕ ਹੈ, ਜੋ ਵੀ ਕਰਨਾ है, बट डू नॉट टच फ्रंट साइड, ठीक है, कभी टच नहीं करना है। नंबर 1। नंबर 2, ओवर क्राउडिंग, प्लीज ओवर क्राउडिंग ਨੂੰ ਅਵੋਇਡ ਕਰੋ। ਗੈਦਰਿੰਗ, ਜੈਸੇ ਕੋਮਲ ਨੇ ਕਿਹਾ ਕਿ ਗੈਦਰਿੰਗ ਨਹੀਂ ਕਰਨੀ ਹੈ, ਬਿਲਕੁਲ ਨਹੀਂ ਕਰੋ। ਇਹ ਟਾਈਮ ਗੈਦਰਿੰਗ ਕਰਨ ਦਾ ਨਹੀਂ ਹੈ, ਪਾਰਟੀਆਂ ਕਰਨ ਦਾ ਨਹੀਂ ਹੈ, ਕੋਈ ਵੀ ਆਰਗੇਨਾਈਜੇਸ਼ਨ ਕਰਨ ਦਾ ਨਹੀਂ ਹੈਗਾ, ਉਹ ਨਹੀਂ ਕਰੋ, ਠੀਕ ਹੈ। ਤੇ ਤੀਜਾ ਜਿਹੜਾ ਇੰਪੋਰਟੈਂਟ ਹੈ, ਜਿਹੜੀ ਚੀਜ਼ ਆ, ਉਹ ਆਪਣਾ ਹੈਂਡ ਤੇ ਫੇਸ ਹਾਈਜੀਨ ਜ਼ਰੂਰ ਰੱਖੋ। ਤੇ ਅਗਰ ਤੁਹਾਡੇ ਘਰ ਵਿੱਚ ਕੋਈ ਵੀ ਸਸਪੈਕਟ ਹੋ ਜਾਂਦਾ ਹੈ, ਗਲੇ ਵਿੱਚ ਦਰਦ, ਫੀਵਰ ਆਉਂਦਾ, ਉਹਨੂੰ ਵਿਦਆਊਟ ਵੇਸਟਿੰਗ ਟਾਈਮ ਆਈਸੋਲੇਟ ਕਰ ਲਓ, ਠੀਕ ਹੈ। ਬਾਕੀ ਚੀਜ਼ਾਂ ਬਾਅਦ ਵਿੱਚ ਹੋਣ ਜਾਂਦੀਆਂ, ਲੇਕਿਨ ਉਹਨੂੰ ਪਹਿਲੇ ਆਈਸੋਲੇਟ ਕਰੋ। ਡੂ ਨਾਟ ਮਿਕਸ ਦਾ ਪਰਸਨ ਇਨ ਦਾ ਫੈਮਿਲੀ, ਠੀਕ ਹੈ, ਇਹ ਇੰਪੋਰਟੈਂਟ ਮੈਟਰ जी ਹੈਗਾ। ਤੁਸੀਂ ਵੇਖੋਗੇ ਕਿਉਂਕਿ ਅੱਜ ਕੱਲ੍ਹ ਨਾ ਫੈਮਿਲੀ ਇੱਕ ਬੰਦਾ ਨਹੀਂ ਹੋ ਰਿਹਾ ਇਨਫੈਕਟਡ, ਪੂਰੀ ਫੈਮਿਲੀ ਟੂ ਫੈਮਿਲੀ ਇਨਫੈਕਟਡ ਹੋ ਰਹੀ ਹੈ। ਦਿੱਲੀ ਵਿੱਚ ਮੈਂ ਇਹ ਵੀ ਦੇਖਿਆ ਕਿ जी ਕਈ ਫੈਮਿਲੀ ਵਿੱਚ ਡੈਥ ਵੀ, ਮਤਲਬ 2-3 ਡੈਥ ਇੱਕ ਫੈਮਿਲੀ ਵਿੱਚ ਹੋ ਗਿਆ। ਕਿਸੇ ਦਾ ਮਾਂ ਵੀ ਮਰ ਗਿਆ, ਬਾਪ ਵੀ ਮਰ ਗਿਆ, ਬੱਚਾ ਅकेला ਰਹਿ ਗਿਆ, ਠੀਕ ਹੈ। तो क्यों हो रहा है? क्योंकि दे डोंट इंटरप्रेट इट, इंटीमेट उन्होंने समझे नहीं कि हाँ जी ये होया ਤੇ ਇਕੱਠੇ ਬੈਠੇ। ਜਦੋਂ ਵੀ ਕੋਈ ਸਿੰਪਟਮ ਆ ਜਾਂਦਾ ਤਾਂ ਪਲੀਜ਼ ਬੰਦੇ ਨੂੰ ਆਈਸੋਲੇਟ ਕਰ ਦਿਓ, ਰੂਮ ਵਿੱਚ ਰੱਖ ਲਓ, ਇਹ ਇੰਪੋਰਟੈਂਟ ਚੀਜ਼ ਹੈ। जी एक मैसेज और देना चाहता मैं सारा ब्रीफिंग कर देना कि प्लीज पैनिक नहीं होना है, जी स्टॉकिंग बिल्कुल नहीं करो अननेसेसरी, ठीक है। तीसरा ਜਿਹੜਾ ਹੈਗਾ, ਆਕਸੀਜਨ ਤਾਂ ਹੀ ਲਗਾਓ ਅਗਰ ਡਾਕਟਰ ਤੁਹਾਨੂੰ ਰਿਕਮੈਂਡ ਕਰਦਾ, ਆਪਣੇ ਆਪ ਆਕਸੀਜਨ ਲਗਾਉਣ ਦਾ ਕੋਈ ਫਾਇਦਾ ਨਹੀਂ ਹੈਗਾ, ਠੀਕ ਹੈ। ਚੌਥਾ ਜੋ ਹੈ, ਸੈਲਫ ਮੈਡੀਕੇਸ਼ਨ ਨਾ ਕਰੋ, ਓਨਲੀ ਇਹ ਚੀਜ਼ਾਂ ਤਾਂ ਹੀ ਕਰੋ ਜਦੋਂ ਤੁਹਾਨੂੰ ਕੋਈ ਡਾਕਟਰ ਕੰਸਲਟ ਕਰੋ ਤੇ ਉਹ ਤੁਹਾਨੂੰ ਰਿਕਮੈਂਡੇਸ਼ਨ ਜਾਂ ਐਡਵਾਈਸ ਦਿੰਦਾ ਹੈ। ਜੀ ਜੀ ਬਹੁਤ ਮਤਲਬ ਬਹੁਤ ਲਾਹੇਵੰਦ ਜਿਹੜੀ ਇਸ ਸਮੇਂ ਜ਼ਰੂਰੀ ਜਾਣਕਾਰੀ ਹੈ ਡਾਕਟਰ ਸਾਹਿਬ ਦੇ ਰਾਹੀਂ ਸਾਂਝਾ ਕੀਤੀ ਗਈ ਹੈ ਕਿ ਮਾਸਕ ਨੂੰ ਪਾਉਣਾ ਕਿਵੇਂ ਆ ਔਰ ਉਹਨੂੰ ਉਤਾਰਨਾ ਕਿਵੇਂ ਆ। ਇਹ ਨਹੀਂ ਹੈ ਕਿ ਕਿਹੜਾ ਮਾਸਕ ਪਾਉਣਾ, ਲੇਕਿਨ ਮਾਸਕ ਯੂਜ਼ ਕਿੱਦਾਂ ਕਰ ਰਹੇ ਹੋ, ਉਹਦੀ ਵਰਤੋਂ ਕਿੱਦਾਂ ਕਰ ਰਹੇ ਹੋ, ਇਹ ਜ਼ਿਆਦਾ ਇੰਪੋਰਟੈਂਟ ਹੈ। ਡਾਕਟਰ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਜਿਹੜੀ ਸਾਰਿਆਂ ਦੇ ਲਈ ਇਸ ਸਮੇਂ ਜ਼ਰੂਰੀ ਹੈ। ਔਰ ਕੋਮਲ ਜੀ, ਤੁਹਾਡੇ ਰਾਹੀਂ ਕੋਈ ਅਗਰ ਤੁਸੀਂ ਇਸ ਸਮੇਂ ਆਪਣਾ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਜਿੱਦਾਂ ਤੁਸੀਂ ਕਿਹਾ ਕਿ ਸਟਾਕਿੰਗ ਨਹੀਂ ਕਰੋ, ਡਾਕਟਰ ਸਾਹਿਬ ਨੇ ਵੀ ਕਿਹਾ ਕਿ ਜਮਾ ਕਰਕੇ ਮੇਰਾ ਨਾ ਰੱਖੋ। ਮੇਰਾ ਇੱਕ ਹੀ ਜੀ ਸੁਨੇਹਾ ਹੈ ਕਿ ਜਿੰਨਾ ਵੀ ਲੋਕਾਂ ਨੇ ਤੁਹਾਨੂੰ ਸਿਲੰਡਰਸ ਪ੍ਰੋਵਾਈਡ ਕੀਤੇ, ਤੁਸੀਂ ਉਹਨਾਂ ਨੂੰ ਹਮ ਪਲੀਜ਼ ਕੰਟੈਕਟ ਕਰੋ ਤੇ ਵਾਪਸ ਦੇ ਦਿਓ। ਜੀ ਬਿਲਕੁਲ ਕਿਉਂਕਿ ਜਿਨ੍ਹਾਂ ਲੋਕਾਂ ਨੇ ਵੀ ਤੁਹਾਨੂੰ ਉਸ ਵਕਤ ਮਜਬੂਰੀ ਤੁਹਾਨੂੰ ਆ ਕੇ ਦਿੱਤਾ, ਤੁਹਾਡੀ ਹੈਲਪ ਕੀਤੀ ਹੈ, ਹੁਣ ਤੁਸੀਂ ਉਹਨਾਂ ਨੂੰ ਵਾਪਸ ਨਹੀਂ ਦੇ ਰਹੇ, ਉਹਨਾਂ ਦੇ ਫੋਨ ਨਹੀਂ ਚੱਕਦੇ ਪਏ, ਹੈਨਾ। ਇਹ ਐਸਾ ਕਿੰਨਾ ਬੁਰਾ ਲੱਗੇਗਾ ਕਿ ਸਾਨੂੰ ਰੈਸਕਿਊ ਟੀਮਸ ਭੇਜਣੀਆਂ ਪੈਣਗੀਆਂ ਸੰਸਥਾਵਾਂ ਨੂੰ ਉਹ ਚੁੱਕਣ ਲਈ, ਤੇ ਤੁਸੀਂ ਵਾਪਸ ਉਹਨਾਂ ਨੂੰ ਦਿਓ ਤਾਂ ਕਿ ਉਹ ਕਿਸੇ ਹੋਰ ਦੇ ਕੰਮ ਆਣ। ਸੈਲਫ ਮੈਡੀਕੇਸ਼ਨ, ਜਿਸ ਤਰ੍ਹਾਂ ਇੱਕ ਡਾਕਟਰ ਦੇ ਨਾਲ ਹੀ ਤੁਸੀਂ ਜੋ ਡਾਕਟਰ ਦੱਸਣ ਤੁਸੀਂ ਉਸ ਹਿਸਾਬ ਤੇ ਚਲੋ। ਇਹ WhatsApp ਯੂਨੀਵਰਸਿਟੀ ਦੀ ਜਿਹੜੀ ਮੈਸੇजेस ਹੈਗੀਆਂ, ਇਹ ਕਰ ਲਓ, ਉਹ ਕਰ ਲਓ, ਉਹ ਕਰ ਲਓ, ਉਹਨੂੰ ਨਹੀਂ ਕਰੋ, ਕਿਉਂਕਿ ਇੱਕ ਮੈਡੀਕਲ ਇੰਟਰਵੈਂਸ਼ਨ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ। ਉਹ ਜੀ ਉਹਨੂੰ ਹੋਇਆ ਸੀ, ਉਹਨੇ ਇਹ ਕੀਤਾ ਸੀ, ਉਹਨੂੰ ਹੋਇਆ ਸੀ, ਉਹ ਕੀਤਾ ਸੀ। ਥਰਡ, ਜੀ ਹਸਪੀਟਲ ਵਿੱਚ ਬੈੱਡ ਅਵੇਲੇਬਲ ਹੈਗੇ, ਸਾਡਾ ਆਕਸੀਜਨ ਘਟਦਾ, ਤੁਸੀਂ ਹਸਪੀਟਲ ਜਾਓ। ਤੁਸੀਂ ਸਿਲੰਡਰ ਕਿਉਂ ਲੱਭ ਰਹੇ ਹੋ? ਕਿਉਂਕਿ ਸਿਲੰਡਰ ਉਸ ਲਈ ਹੁੰਦਾ ਹੈ ਕਿ ਜਦ ਤੁਹਾਨੂੰ ਬੈੱਡ ਨਹੀਂ ਮਿਲਦਾ ਹੈ। ਸਿਲੰਡਰ ਜਿਹੜਾ ਹੁੰਦਾ ਹੈ, ਇਟ ਇਜ਼ ਐਨ ਐਮਰਜੈਂਸੀ ਸਪੋਰਟ। ਜੀ ਅਗਰ ਐਸੀ ਗੱਲ ਹੁੰਦੀ ਤੇ ਫਿਰ ਤਾਂ ਹਸਪਤਾਲ ਕਦੀ ਬੰਦੇ ਹੀ ਨਹੀਂ, ਸਾਰੇ ਆਪਣਾ ਆਪਣਾ ਆਕਸੀਜਨ ਲਗਾ ਕੇ ਘਰ ਹੀ ਬੈਠ ਜਾਂਦੇ। ਫਸਟ ਟਾਈਮ ਜੀ ਅਸੀਂ ਇੰਡੀਆ ਵਿੱਚ ਦੇਖ ਰਹੇ ਹਾਂ ਕਿ ਲੋਕਾਂ ਨੂੰ ਕੰਸੈਂਟਰੇਟਰਸ ਦੀ ਘਰ ਵਿੱਚ ਜ਼ਰੂਰਤ ਪੈ ਰਹੀ ਹੈ। ਹਮ ਜਿਹੜੇ ਡਾਕਟਰਸ ਰეკਮੈਂਡ ਕਰ ਰਹੇ ਹਨ, ਕਿਉਂਕਿ ਕੁਝ ਡਾਕਟਰਸ ਤੇ ਵੀ ਸਾਡੇ ਕੋਲ ਐਸੀਆਂ ਮੈਸੇजेस ਆ ਰਹੀ ਪੇਸ਼ੈਂਟਸ ਦੇ ਥਰੂ, ਹੁਣ ਉਹ ਡਾਕਟਰਸ ਉਹਨਾਂ ਨੂੰ ਕਹਿ ਰਹੇ ਨੇ ਜਾਂ ਪੇਸ਼ੈਂਟ ਸਾਨੂੰ ਝੂਠ ਕਹਿ ਰਹੇ ਨੇ ਕਿ ਸਾਨੂੰ ਡਾਕਟਰ ਨੇ ਕਿਹਾ ਕਿ ਤੁਸੀਂ ਸਿਲੰਡਰ ਰੱਖ ਲਓ, ਸਾਨੂੰ ਡਾਕਟਰਸ ਨੇ ਕਿਹਾ ਤੁਹਾਨੂੰ ਜ਼ਰੂਰਤ ਪੈ ਜਾਏਗੀ। ਇੱਕ ਡਾਕਟਰਸ ਦਾ ਵੀ ਮਤਲਬ, ਅਗਰ ਮੈਂ ਇਹਨੂੰ ਵੈਰੀਫਾਈ ਨਹੀਂ ਕਰ ਪਾਈ ਡਾਕਟਰਸ ਦੇ ਥਰੂ, ਬਟ ਜੋ ਵੀ ਇਹਨਾਂ ਪਾਰਟੀ ਵਿੱਚ ਜਿਹੜਾ ਵੀ ਸੱਚ ਹੈ ਝੂਠ ਹੈ ਉਹ ਇਹ ਹੈ ਕਿ ਅਸੀਂ ਡਾਕਟਰਸ ਨੂੰ ਅਪੀਲ ਕਰਦੇ ਹਾਂ ਕਿ ਅਗਰ ਤੁਹਾਨੂੰ ਲੱਗਦਾ ਕੋਈ ਪੇਸ਼ੈਂਟ, ਮੈਨੂੰ ਕੋਈ ਡਾਇਬੀਟਿਕ ਹੈਗਾ, ਕਿਸੇ ਨੂੰ ਕੋਈ ਐਸੀ ਪ੍ਰੋਬਲਮ ਹੈਗੀ ਜਿਹਨੂੰ ਇੱਕ ਐਮਰਜੈਂਸੀ ਸਿਲੰਡਰ ਦੀ ਜ਼ਰੂਰਤ ਪੈ ਸਕਦੀ, ਉਸਦੀ ਕੰਡੀਸ਼ਨ ਐਸੀ ਹੈ, ਉਹਨੂੰ ਲਿਖ ਕੇ ਦਿਓ, ਉਹਨੂੰ ਪ੍ਰਿਸਕ੍ਰਾਈਬ ਕਰੋ, ਲਿਖ ਕੇ ਜੀ ਦਿਓ, ਜੀ ਤਾਂ ਕਿ ਇੱਕ ਸਾਨੂੰ ਜਿੰਨੀ ਵੀ ਸੰਸਥਾਵਾਂ ਹੈਗੀਆਂ ਉਹ ਕਰ ਸਕੇ। ਬਾਕੀ ਬਹੁਤ ਸੰਸਥਾਵਾਂ ਹੈਗੀਆਂ ਜਿਹੜੀ ਜੰਮੂ ਐਂਡ ਕਸ਼ਮੀਰ ਵਿੱਚ ਕੰਮ ਕਰ ਰਹੀ,
ਬਹੁਤ ਹੈਗੇ ਜਿਨ੍ਹਾਂ ਨੇ ਮੈਨੂੰ ਕਿਹਾ ਨਾਮ ਵੀ ਨਹੀਂ ਲੈਣਾ, ਉਹਨਾਂ ਦੀ ਤਾਂ ਮੈਂ ਕਹਿੰਦੀ ਚੜ੍ਹਦੀ ਕਲਾ ਹੈ, ਜਿਹੜਾ ਆਪਣਾ ਨਾਮ ਹੀ ਨਹੀਂ ਲੈਣਾ ਚਾਹੁੰਦੇ ਇਸ ਵਕਤ ਘਰ ਘਰ ਜੀ ਖਾਣਾ ਪਹੁੰਚਾ ਰਹੇ ਨੇ। ਕਿਉਂਕਿ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦੀ, ਇਸ ਵਕਤ ਰਿਸ਼ਤੇਦਾਰ ਵੀ ਹੈਗੇ ਜਿਹੜੇ ਲੋਕਾਂ ਆਪਣੇ ਰਿਸ਼ਤੇਦਾਰਾਂ ਨੂੰ ਖਾਣਾ ਦੇ ਕੇ ਤਿਆਰ ਨਹੀਂ ਹੈਗੇ, ਤੇ ਸੰਸਥਾਵਾਂ ਉਹਨਾਂ ਨੂੰ, ਉਹ ਸੰਸਥਾਵਾਂ ਨੂੰ ਕੰਟੈਕਟ ਕਰ ਰਹੇ ਨੇ ਕਿ ਸਾਨੂੰ ਖਾਣਾ ਆ ਕੇ ਦਿਓ। ਤੁਸੀਂ ਜੀ ਆਪਣੀ ਇਨਸਾਨੀਅਤ ਨੂੰ ਕਰੋਨਾ 'ਚ ਖਤਮ ਨਾ ਕਰੋ, ਇੱਕ ਦੂਸਰੇ ਦਾ ਜੀ ਸਪੋਰਟ ਕਰੋ। ਜੀ ਸਪੋਰਟ ਬਿਲकुल ਕਿਸ ਤਰ੍ਹਾਂ ਕਰ, ਅਗਰ ਤੁਹਾਡਾ ਕੋਈ ਰਿਸ਼ਤੇਦਾਰ ਕੋਵਿਡ ਪੋਜ਼ਿਟਿਵ ਹੋ ਜਾਂਦਾ, ਤੁਸੀਂ ਬਾਹਰ ਛੱਡ ਸਕਦੇ ਹੋ ਖਾਣਾ, ਉਸਦਾ ਘਰ जी ਤੁਹਾਡੀ ਕੋਈ ਬਾਰਡਰ ਨਹੀਂ ਬਣ ਜਾਂਦਾ ਕਿ ਤੁਸੀਂ ਪਾਰ ਨਹੀਂ ਕਰ ਸਕਦੇ। ਹੈਲਪ जी ਕਰੋ, बिल्कुल ਇਮੋਸ਼ਨਲੀ ਇੱਕ ਦੂਸਰੇ ਨੂੰ ਸਪੋਰਟ ਕਰੋ। ਕਿਉਂਕਿ ਇੱਕ ਤੇ जी ਪੇਸ਼ੈਂਟ ਵਿਚਾਰਾ ਆਲਰੇਡੀ ਸਟ੍ਰੈਸਡ ਹੁੰਦਾ ਹੈ, ਉਹਨੂੰ ਰਿਸ਼ਤੇਦਾਰ ਫੋਨ ਕਰ ਕਰਕੇ ਪੁੱਛਣੇ ਨੇ ਹੈਲੋ ਕੀ ਹੋ ਗਿਆ, ਰਿਪੋਰਟ ਦਾ ਪੋਜ਼ਿਟਿਵ ਹੋਇਆ ਨੈਗੇਟਿਵ ਹੋਇਆ, ਪੋਜ਼ਿਟਿਵ ਹੋਇਆ ਨੈਗੇਟਿਵ ਹੋਇਆ, है ना। जी ਤੇ ਇਸ ਵਕਤ ਜਿਸ ਤਰ੍ਹਾਂ ਕੁਝ ਐਸੇ ਵੀ ਕੇसेस ਆ ਰਹੇ ਨੇ ਜਿੱਥੇ ਪੂਰੇ ਸਿੰਪਟਮਸ ਹੈਗੇ ਨੇ ਬਟ ਆਰਟੀਪੀਸੀਆਰ ਨੈਗੇਟਿਵ ਆਂਦਾ ਪਿਆ ਹੈ, ਫਿਰ ਸਿਟੀ हाँ ਵਿੱਚ ਮਤਲਬ ਬਾਕੀ ਜੇ ਮਤਲਬ ਹੈ ਨਾ ਫॉलो ਅਪ ਕਰਦੇ ਨੇ, ਫਿਰ ਪਤਾ ਚੱਲਦਾ ਕਿ ਉਹ ਕੋਵਿਡ ਹੈ। ਤੇ ਇਸ ਵਜ੍ਹਾ ਤੋਂ ਇੱਕ ਇਮੋਸ਼ਨਲ ਸਪੋਰਟ, ਇਸ ਵਿੱਚ ਕੋਈ ਸ਼ੇਮਿੰਗ ਕਰਨ ਦੀ ਕੋਈ ਗੱਲ ਨਹੀਂ ਹੈ। ਕਰੋਨਾ ਜਿਸ ਜਦ ਕੋਈ ਵੀ ਬਿਮਾਰੀ ਜਦ ਨੋਈ ਆਂਦੀ ਹੈ ਤੇ ਉਹ ਜਦ ਤੱਕ ਉਸकी ਇम्यूनिटी या हर्ड इम्यूनिटी नहीं बनती तब तक वो हमेशा इस तरह ही लगदी। शायद ਅੱਜ ਤੋਂ 100 ਸਾਲ ਪਹਿਲੇ ਜਦ ਕਾਲਰਾ ਵਗੈਰਾ ਆਇਆ ਸੀ ਤਦ ਵੀ ਸਾਡੇ ਬਜ਼ੁਰਗ ਕਹਿੰਦੇ ਨੇ ਉਹ ਵੀ ਇਸ ਤਰ੍ਹਾਂ जी ਹੀ ਮਾਹੌਲ ਸੀ ਉਸ ਵਕਤ। ਤੇ ਇਸ ਵਜ੍ਹਾ जी ਤੋਂ ਇਸ ਵਿੱਚ ਇੰਨੀ ਕਿਸੇ ਨੂੰ ਸ਼ੇਮ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਕਿਸੇ ਨੂੰ ਡਰਾਉਣ ਦੀ ਜ਼ਰੂਰਤ ਨਹੀਂ ਹੈ। ਤੇ ਨਾਲੇ ਜਿਹੜੇ ਜਿਨ੍ਹਾਂ ਨੇ ਸਿਲੰਡਰ ਪਹਿਲੇ ਤੋਂ ਮੈਂ ਤੁਹਾਨੂੰ ਕਹਿੰਦੀ ਕਿ ਤੁਸੀਂ ਆਪਣੇ ਘਰ ਅਗਰ 5 ਸਿਲੰਡਰ ਰੱਖੇ, ਤੁਸੀਂ ਇਹ ਸੋਚੋ ਤੁਸੀਂ 5 ਜਾਨਾਂ ਨੂੰ ਰਿਸਕ ਤੇ ਰੱਖਿਆ ਹੋਇਆ ਹੈ। जी बिल्कुल ਤੁਸੀਂ ਆਪਣੇ ਰਿਸ਼ਤੇਦਾਰਾਂ ਵਿੱਚ ਹੀ ਸਿਲੰਡਰਸ ਨੂੰ ਇਹ ਕਰਦੇ ਸਾਰੇ ਇੱਕ ਦੂਸਰੇ ਨਾਲ ਸ਼ੇਅਰ ਕਰਦੇ ਜਾ ਰਹੇ ਨੇ ਫਿਊਚਰ ਲਈ। ਤੁਹਾਨੂੰ ਫਿਊਚਰ जी ਕੀ ਤੁਹਾਨੂੰ ਪਤਾ ਸੀ ਅੱਜ ਤੋਂ 1 ਸਾਲ ਪਹਿਲੇ ਕੋਵਿਡ ਆਏਗਾ ਤੇ ਸਾਡੀ ਇਹ ਹਾਲਤ ਹੋ ਜਾਏਗੀ। बिल्कुल बिल्कुल ਜਿੰਨੀ ਵੀ ਹੈਲਪ ਹੋ ਸਕਦੀ ਹੈ, ਜਿਹੜੀ ਸੰਸਥਾਵਾਂ ਉਹਨਾਂ ਨੂੰ ਸਿਲੰਡਰ ਵਾਪਸ ਦਿਓ, ਪੈਨਿਕ ਨਾ ਕਰੋ, ਸੈਲਫ ਮੈਡੀਕੇਸ਼ਨ ਨਾ ਕਰੋ, ਡਾਕਟਰ ਲਾਈਨ ਆਫ ਟ੍ਰੀਟਮੈਂਟ ਲਓ ਤੇ ਸੱਚ ਨਾਲ ਰਹੋ। ਇੱਕ ਸੱਚਾਈ ਨਾਲ ਤੁਸੀਂ ਰੋ, ਸੰਸਥਾਵਾਂ ਵੀ ਤੁਹਾਨੂੰ ਮਦਦ ਕਰ ਪਾਉਣਗੀਆਂ। ਤੇ ਨਾਲੇ ਮੈਂ ਬਹੁਤ ਥੈਂਕ ਯੂ ਕਰ ਰਹੀ ਹਾਂ ਉਹਨਾਂ ਸਾਰੇ ਗਰਾਊਂਡ ਵੋਲੰਟੀਅਰਸ ਦਾ ਜਿਹੜੇ ਘਰ ਚ ਘਰ ਜਾ ਕੇ ਲੰਗਰ ਦੇ ਰਹੇ ਨੇ, ਸੈਨੀਟਾਈਜੇਸ਼ਨਸ ਕਰ ਰਹੇ ਨੇ, ਇੱਕ ਨਿਸ਼ਕਾਮ ਸੇਵਾ ਕਰ ਰਹੇ ਨੇ। ਬਹੁਤ ਹੈਗੇ ਜਿਹੜਾ ਨੇ ਇਸ ਵਕਤ ਕੋਵਿਡ ਵਿੱਚ ਜੰਮੂ ਵਿੱਚ ਵੀ ਕ੍ਰੀਮੇਸ਼ਨ ਵਿੱਚ ਹੈਲਪ ਕਰ ਰਹੇ ਨੇ। ਤੇ ਉਹਨਾਂ ਸਾਰਿਆਂ ਦਾ ਬਹੁਤ ਸ਼ੁਕਰੀਆ, ਕਿਉਂਕਿ ਆਪਣੇ ਘਰ ਚੋਂ ਨਿਕਲ ਕੇ ਕਿਸੇ ਹੋਰ ਦੀ ਮਦਦ ਕਰਨਾ ਕੋਵਿਡ ਵਿੱਚ ਕੋਈ ਛੋਟੀ ਚੀਜ਼ ਨਹੀਂ ਹੈ। जी ਬਹੁਤ बिल्कुल ਮੇਰਾ ਰਿਸਪੈਕਟ ਤੇ ਸਲਾਮ ਉਹਨਾਂ ਸਾਰੇ ਵੋਲੰਟੀਅਰਸ ਦਾ ਜਿਹੜੇ ਇਸ ਵਕਤ ਗਰਾਊਂਡ ਤੇ ਕੰਮ ਕਰ ਰਹੇ ਨੇ। ਬਿਲਕੁਲ 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 ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਵਧੀਆ ਤੁਸੀਂ ਗੱਲਾਂ ਸਾਂਝੀਆਂ ਕੀਤੀਆਂ ਨੇ। ਔਰ ਡਾਕਟਰ ਹਰਮੀਤ ਸਿੰਘ ਜੀ ਜਿਹੜੇ ਕਿ ਡਾਕਟਰ ਜਿਨ੍ਹਾਂ ਨੂੰ ਕਹਿੰਦੇ ਨੇ ਕਰੋਨਾ ਯੋਧੇ, ਜਿਹੜੇ ਫਰੰਟ ਫੁੱਟ ਤੇ ਖੜੇ ਹੋ ਕੇ ਆਪਣੀਆਂ ਜਾਨਾਂ ਨੂੰ ਰਿਸਕ ਵਿੱਚ ਪਾ ਕੇ ਅੱਜ ਸਾਡੀਆਂ ਜਾਨਾਂ ਬਚਾਉਣ ਨੂੰ ਖੜੇ ਹੋਏ ਨੇ। ਔਰ ਕਮਲਜੀਤ ਹੋਣਾ ਵਰਗੇ ਵੀ ਜਿਹੜੇ ਸਮਾਜ ਸੇਵੀ, ਸਮਾਜਿਕ ਕਾਰਕੁਨ ਜਿਨ੍ਹਾਂ ਨੂੰ ਕਹਿੰਦੇ ਆ ਕਿ ਨਿਸ਼ਕਾਮ, ਬਿਨਾਂ ਕਿਸੇ ਸਵਾਰਥ ਦੇ, ਬਿਨਾਂ ਕਿਸੇ ਲਾਲਚ ਦੇ, ਜਿਨ੍ਹਾਂ ਦੇ ਰਾਹੀਂ ਜਿਹੜੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ। ਔਰ ਜਿਹੜੇ ਦਰਸ਼ਕ ਸਾਨੂੰ ਲਾਈਵ ਵੇਖ ਰਹੇ ਨੇ, ਅਸੀਂ ਡਾਕਟਰ ਸਾਹਿਬ ਔਰ ਮੈਮ ਅਸੀਂ ਕਵਾਂਗੇ ਕਿ ਤੁਸੀਂ ਆਪਣੇ ਨੰਬਰ ਵੀ ਜਿਹੜੇ ਬਾਣੀ ਦੇ ਉਹਦੇ ਕਮੈਂਟ ਬਾਕਸ ਦੇ ਵਿੱਚ ਜਿਹੜੇ ਡ੍ਰੌਪ ਕਰ ਦਿਓ। ਕਿਸੇ ਨੂੰ ਵੀ ਕੋਈ ਜ਼ਰੂਰਤ ਹੋਏਗੀ ਜਾਂ ਗੱਲ ਕਰਨ ਦੀ, ਉਹ ਵੀ ਤੁਹਾਡੇ ਨਾਲ ਗੱਲ ਕਰ ਸਕਦੇ ਨੇ। ਔਰ ਅਗਰ ਕਿਸੇ ਨੇ ਕੋਈ ਕੁਐਸਚਨ ਵੀ ਪੁੱਛਣਾ ਹੈ, ਜਿੱਦਾਂ ਮਾਸਕ ਦੇ ਰਿਲੇਟਡ ਕੁਐਸਚਨ ਸੀ, ਉਹ ਵੀ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਜਿਹੜਾ ਕਲੀਅਰ ਕੀਤਾ ਕਿਸੇ ਨੂੰ ਵੀ, ਕਿਉਂਕਿ ਸਾਡੇ ਦਿਲ ਦੇ ਵਿੱਚ ਵੀ ਇਹ ਸ਼ਾਇਦ ਹੁੰਦਾ ਹੈ ਕਿ ਇਹਨਾਂ ਚੀਜ਼ਾਂ ਦੀ, ਇਸ ਨੌਲੇਜ ਦੇ ਨਾਲ ਦੀ ਘਾਟ ਸੀਗੀ ਕਿ ਜਿਹੜੀ ਸਾਨੂੰ ਵੀ ਮਿਲੀ ਹੈ ਔਰ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਵੀ। ਤੇ ਡਾਕਟਰ ਸਾਹਿਬ ਔਰ ਕੋਮਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਵਧੀਆ ਜਾਣਕਾਰੀ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਇੱਕ ਬਾਣੀ ਚੈਨਲ ਦੀ ਪੂਰੀ ਟੀਮ ਤੁਹਾਡਾ ਥੈਂਕ ਯੂ ਜੀ। ਧੰਨਵਾਦ ਧੰਨਵਾਦ ਕਰਦੀ ਹੈ ਧੰਨਵਾਦ ਜੀ। ਰਮਨ ਵਾਹਿਗੁਰੂ ਜੀ ਕਾ ਤੇ ਤੁਸੀਂ ਖਾਲਸਾ, ਵਾਹਿਗੁਰੂ ਖਾਲਸਾ ਜੀ ਕੀ ਜੀ ਫਤਿਹ। ਕੀ ਫਤਿਹ। ਖਾਲਸਾ ਥੈਂਕ ਯੂ ਸੋ ਵਾਹਿਗੁਰੂ ਮਚ। ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਥੈਂਕ ਯੂ। ਤਾਂ ਇਹ ਸਨ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਕੋਮਲ ਜੀ ਔਰ ਡਾਕਟਰ ਹਰਮੀਤ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਬਹੁਤ ਹੀ ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਤੇ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ, ਉਦੋਂ ਤੱਕ ਤੁਸੀਂ ਜੁੜੇ ਰਹੋ ਬਾਣੀ ਚੈਨਲ ਦੇ ਨਾਲ।